तेरे कवन कवन गुण कह कह गावां। तू साहिब गुणी निधान, तुमरी महिमा वर्ण न साका। तू ठाकुर ऊच भगवाना, कथना कथी न आवे टोट। कथ कथ कथी कोटि कोट कोट। कथ कथ कथी कोटि कोट कोट। गनी मुल सकस्त गरीबुल परस्त राजान राज पानान पान देवान देव उपमा महान। चवर छत्र तख्त दे मालिक शब्द स्वरूप जुगो जुग अटल। तन तन साहिब श्री गुरु ग्रंथ साहिब जी महाराज। सच्चे पातशाह जी दी पावन पवित्र प्यारी निगी आगामी गोद अंदर एकत्र हो रही गुरु स्वरूप गुरु खालसा साध संगत जीओ, बड़े लंबे समय तो आप जी गुरमुख रूहां दे पासों गुरु जस सरवण करते आ रहे हो। आओ कुछ समय वास्ते होर एकाग्र होइए। मनुखा दे ही प्राप्त हुई है, इनू सफला करिए। सतगुरु नानक देव साहब दे घर दी मान मर्यादा रवैत अनुसार किसी विचार की आरंभता तो पहला गुर फतेह की सांझ में शामिल होवो। प्यार विच भिज के शरदा के सहित आखो जी वाहिगुरु जी का खालसा वाहिगुरु जी की फतेह। पाई प्राप्त मानुख देहरिया, गोबिंद मिलन की यह तेरी बरिया। गुरबाणी के अंदर मेरे सतगुरां ने इस जिंदगी के संबंध विच इहदी महानता दे बारे एक नहीं अनेकां थावां ते वार वार जिक्र किया है। किते आखिया कई जन्म पए कीट पतंगा, कई जन्म गजमीन कुरंगा। कई जन्म पंखी सर्प होयो, कई जन्म हैबर ब्रिख जोयो। मिल जगदीश मिलन की बरिया, चिरंकाल इह देह संगरिया। एक गल दा ख्याल रखना, जिस चीज नूं बनाउण वास्ते समा वधेरे लगे, जिस वस्तु की बनावट के उत्ते कारीगर की मेहनत बहुत ज्यादा होवे, उस वस्तु की कीमत भी उन्नी ही ज्यादा होया करती है। जिस तरह किसी वस्तु की कीमत के पिछे कारीगर की मेहनत अते लग्या हुआ समा बड़ी अहमियत रखता है, इसे तरह इस मनुखा देही की काट के पिछे मेरे वाहिगुरु कृपालू परमेश्वर की कीती हुई मेहनत अते इहदी घाड़त नूं लग्या होया समा ही अपने आप विच इहदी कीमत की अहमियत नूं दर्शाउंदा है। यह समा कोई 9 महीनों तक सीमित नहीं, शायद आपका ध्यान उस पासे गया होवे। 9 महीने तो बड़ी छोटी गल है। यह समा
ਇੱਕ ਦੋ ਜਨਮਾਂ ਤੱਕ ਵੀ ਸੀਮਿਤ ਨਹੀਂ। ਇਹ ਸਮਾਂ ਯੁਗਾਂ ਦੇ ਵਿੱਚ ਵੀ ਸ਼ਾਇਦ ਮਿਣਿਆ ਨਹੀਂ ਜਾ ਸਕਦਾ। ਆਵਾਜ਼ ਜਿਹੜੀ ਜੋਰਾ ਘਰ ਵੱਲੋਂ ਆਵਾਜ਼ ਆਉਂਦੀ ਹੈ ਨਾ ਕੁਝ ਬੱਚਿਆਂ ਨੌਜਵਾਨਾਂ ਦੀ, ਉਹਨਾਂ ਨੂੰ ਮੈਂ ਬੇਨਤੀ ਕਰਦੇ ਹਾਂ ਕਿ ਗੁਰੂ ਘਰ ਦਾ ਇੱਕ ਨਿਯਮ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਦੋ ਗੱਲਾਂ ਹਮੇਸ਼ਾ ਸਾਵਧਾਨਤਾ ਅਤੇ ਏਕਾਗਰਤਾ ਬੰਦਗੀ ਦੇ ਰਸਤੇ ਵਿੱਚ ਬੜਾ ਯੋਗਦਾਨ ਪਾਉਂਦੀਆਂ ਨੇ। ਦਾਸ ਬੇਨਤੀ ਕਰ ਰਿਹਾ ਸੀ ਕਿ ਇਹ ਸਮਾਂ ਕੁਝ ਛੋਟੇ ਜਿਹੇ ਮਹੀਨਿਆਂ, ਸਾਲਾਂ ਜਾਂ ਯੁਗਾਂ ਤੱਕ ਵੀ ਸੀਮਿਤ ਨਹੀਂ ਹੈ। ਇਸ ਦੁਨੀਆ ਦੀ ਘਾਟ ਦੇ ਸੰਬੰਧ ਵਿੱਚ ਵਿਗਿਆਨੀ ਲੋਕਾਂ ਨੇ ਆਪੋ ਆਪਣੇ ਵਿਚਾਰ ਦਿੱਤੇ ਨੇ, ਅਨੁਮਾਨ ਦਿੱਤੇ ਨੇ। ਕੋਈ ਆਖਦਾ ਕਿ ਅੰਦਾਜ਼ਨ ਤੌਰ ਤੇ ਲੱਖਾਂ ਸਾਲਾਂ ਪਹਿਲਾਂ ਇਹ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ। ਕਿਸੇ ਨੇ ਵਿਚਾਰ ਦਿੱਤਾ ਕਿ ਮਨੁੱਖ ਦੀ ਹੋਂਦ ਦੇ ਪਿੱਛੇ ਪਾਣੀ ਦੇ ਵਿੱਚ, ਜਿਹਨੂੰ ਆਪਾਂ ਕਾਈ ਆਖਦੇ ਹਾਂ, ਦੂਜੇ ਸ਼ਬਦਾਂ ਵਿੱਚ ਜਿਰਬਲ ਕਹਿ ਦਿੱਤਾ ਜਾਂਦਾ ਹੈ, ਪਾਣੀ ਦੇ ਪੱਥਰ ਦੇ ਉੱਤੇ ਪਾਣੀ ਦੇ ਵਿੱਚ ਕਿਤੇ ਉਹ ਕਾਈ ਜੰਮੀ, ਉਸ ਕਾਈ ਦੇ ਵਿੱਚੋਂ ਇੱਕ ਕਿਰਮ ਪੈਦਾ ਹੋਇਆ। ਉਸ ਕਿਰਮ ਨੇ ਸਮਾਂ ਪਾ ਕੇ ਮੱਛੀ ਦਾ ਰੂਪ ਧਾਰਨ ਕੀਤਾ। ਮੱਛੀ ਤੋਂ ਬਾਅਦ ਚਲਦਿਆਂ ਚਲਦਿਆਂ ਉਹ ਬਾਂਦਰ ਦੇ ਰੂਪ ਵਿੱਚ ਤਬਦੀਲ ਹੋ ਗਿਆ। ਬਾਂਦਰ ਤੋਂ ਬਾਅਦ ਤਬਦੀਲ ਹੋ ਕੇ ਮਨੁੱਖ ਦਾ ਰੂਪ ਪ੍ਰਗਟ ਹੋ ਗਿਆ ਹੈ। ਇੱਕ ਗੱਲ ਦਾ ਖਿਆਲ ਰੱਖਣਾ ਕਿ ਅਨੁਮਾਨ ਕੇਵਲ ਅਨੁਮਾਨ ਹੁੰਦਾ ਹੈ, ਜ਼ਰੂਰੀ ਨਹੀਂ ਕਿ ਅਨੁਮਾਨ 100% ਸੱਚ ਹੋਵੇ। ਅਨੁਮਾਨ ਵਿੱਚ ਬਹੁਤ ਸਚਾਈ ਹੋ ਸਕਦੀ ਹੈ, ਪਰ ਮੁਕੰਮਲ ਤੌਰ ਤੇ ਅਨੁਮਾਨ ਦਾ ਸਹੀ ਹੋਣਾ ਦਾਅਵਾ ਨਹੀਂ ਕੀਤਾ ਜਾ ਸਕਦਾ। ਕੋਈ ਵਿਗਿਆਨੀ ਅਨੁਮਾਨ ਲਾ ਕੇ ਕਹੇ ਜੀ ਇਸ ਤਰ੍ਹਾਂ ਮਨੁੱਖ ਦੀ ਹੋਂਦ ਹੋਈ ਹੈ, ਕੁਝ ਹੱਦ ਤੱਕ ਮੰਨਿਆ ਜਾ ਸਕਦਾ ਹੈ, ਪਰ ਮੁਕੰਮਲ ਤੌਰ ਤੇ ਨਹੀਂ। ਜੇ ਇਹ ਗੱਲ ਸੱਚ ਹੋਵੇ, ਇਸ ਨੂੰ ਅਸੀਂ 100% ਮੰਨ ਲਈਏ, ਫਿਰ ਇੱਕ ਸਵਾਲ ਪੈਦਾ ਹੋਵੇਗਾ ਕਿ ਜੀ ਜੇ ਸੈਂਕੜੇ ਸਾਲ ਪਹਿਲਾਂ ਮੱਛੀ ਤੋਂ ਬਾਂਦਰ ਬਣ ਸਕਦਾ ਹੈ, ਫਿਰ ਅੱਜ ਵੀ ਮੱਛੀਆਂ ਤੋਂ ਬਾਂਦਰ ਬਣ ਜਾਣੇ ਚਾਹੀਦੇ ਸੀ। ਜੇ ਹਜ਼ਾਰਾਂ ਸਾਲ ਪਹਿਲਾਂ ਬਾਂਦਰ ਤੋਂ ਮਨੁੱਖ ਬਣ ਸਕਦਾ ਹੈ, ਬਾਂਦਰ ਤੇ ਅੱਜ ਵੀ ਜੰਗਲਾਂ ਵਿੱਚ ਬਹੁਤ ਨੇ ਤੇ ਅੱਜ ਵੀ ਉਹਨਾਂ ਤੋਂ ਮਨੁੱਖ ਬਣ ਜਾਣੇ ਚਾਹੀਦੇ ਸੀ। ਇਸ ਲਈ ਕਿਸੇ ਦਾ ਅਨੁਮਾਨ ਦਾਅਵਾ ਨਹੀਂ ਹੁੰਦਾ। ਅਨੁਮਾਨ ਵਿੱਚ ਬਹੁਤ ਸਾਰੀ ਸਚਾਈ ਹੋ ਸਕਦੀ ਹੈ। ਡਾਰਬਨ ਵਰਗੇ ਲੋਕਾਂ ਨੇ ਐਸੇ ਵਿਚਾਰ ਦਿੱਤੇ ਨੇ। ਖੈਰ, ਇਹਦੇ ਵਿੱਚ ਕਿਤੇ ਨਾ ਕਿਤੇ ਸਚਾਈ ਜ਼ਰੂਰ ਹੈ। ਇਸ ਅਨੁਮਾਨ ਨੂੰ ਅਸੀਂ ਮੁਕੰਮਲ ਤੌਰ ਤੇ ਰੱਦ ਵੀ ਨਹੀਂ ਕਰ ਸਕਦੇ ਹਾਂ। ਸ਼ੁਰੂਆਤ ਪੱਥਰ ਤੋਂ ਹੈ, ਪਹੁੰਚ ਮਨੁੱਖ ਤੱਕ ਹੈ। ਪਾਤਸ਼ਾਹ ਕਹਿੰਦੇ ਕਈ ਜਨਮ ਸੈਲ ਗਿਰ ਕਰਿਆ। ਗੁਰਬਾਣੀ ਪੜ੍ਹਨ ਵਾਲੇ ਗੁਰਮੁਖ ਜਾਣਦੇ ਨੇ ਕਿ ਪੱਥਰ ਨੂੰ ਵੀ ਪਾਤਸ਼ਾਹ ਨੇ ਇੱਕ ਜੂਨੀ ਦੇ ਵਿੱਚ ਜ਼ਿਕਰ ਕੀਤਾ ਹੈ। ਰੱਖ ਦਿੱਤਾ ਕਿ ਐ ਮਨੁੱਖ ਤੂੰ ਕਈ ਜਨਮ ਕਿਸੇ ਪਹਾੜ ਦੇ ਅੰਦਰ ਪੱਥਰ ਦਾ ਰੂਪ ਹੋ ਕੇ ਵੀ ਭੋਗਣਾ ਕੀਤੇ ਨੇ। ਇਹ ਵੀ ਆਖਿਆ ਕਿ ਹੈਵਰ ਬ੍ਰਿਖ ਜੋਇਓ, ਬਹੁਤ ਸਾਰੇ ਜਨਮ ਤੋਂ ਰੁੱਖਾਂ ਦੇ ਰੂਪ ਵਿੱਚ ਵੀ ਭੋਗਣਾ ਕੀਤੇ ਨੇ। ਉਸ ਤੋਂ ਬਾਅਦ ਬਹੁਤ ਸਾਰੇ ਜਨਮ ਤੂੰ ਹਾਥੀ ਘੋੜਿਆਂ ਦੇ ਰੂਪ ਵਿੱਚ ਵੀ ਬਤੀਤ ਕਰ ਚੁੱਕਿਆ ਹੈ। ਅਨੇਕ ਜਨਮ ਕੀਟ ਪਤੰਗਿਆਂ ਦੇ ਰੂਪ ਵਿੱਚ ਤੂੰ ਭੋਗ ਚੁੱਕਿਆ ਹੈ। ਚਲਦਿਆਂ ਚਲਦਿਆਂ ਤੇਰੀ ਪਹੁੰਚ ਬਣੀ ਹੈ ਇਸ ਮਨੁੱਖਾ ਦੇਹੀ ਤੱਕ। ਇੱਕ ਪਾਸੇ ਵਿਗਿਆਨ ਦਾ ਨਜ਼ਰੀਆ ਹੈ, ਇੱਕ ਪਾਸੇ ਮੇਰੇ ਸਤਿਗੁਰੂ ਦਾ ਗਿਆਨ ਹੈ। ਭਾਵੇਂ ਇਹਨਾਂ ਵਿੱਚ ਕਈ ਥਾਵਾਂ ਤੇ ਫਾਸਲਾ ਹੈ ਤੇ ਕਈ ਥਾਵਾਂ ਤੇ ਆਪਸੀ ਸਾਂਝ ਵੀ ਹੈ। ਆਓ ਗੁਰਮਤਿ ਦੇ ਨਜ਼ਰੀਏ ਤੋਂ ਆਪਾਂ ਵਿਚਾਰਨਾ ਕਰੀਏ ਕਿ ਮਨੁੱਖਾ ਦੇਹੀ ਦੀ ਹੋਂਦ ਕੀ ਹੈ। ਵੈਸੇ ਵੀ ਆਪਾਂ ਕੁਦਰਤ ਦੇ ਇਸ ਵਰਤਾਰੇ ਨੂੰ ਤੱਕੀਏ, ਵਾਕਈ ਸੱਚ ਹੈ ਕਿ ਕਿਸੇ ਵਕਤ ਜਿਹੜਾ એનર્ਜੀ, ਜਿਹੜੀ ਤਾਕਤ, ਜਿਹੜੀ ਊਰਜਾ ਇੱਕ ਪੱਥਰ ਦੇ ਵਿੱਚ ਸੀ, ਉਸ ਊਰਜਾ ਨੇ ਸਮਾਂ ਪਾ ਕੇ ਰੂਪ ਧਾਰਨ ਕੀਤਾ ਹੈ ਬਨਸਪਤੀ ਦਾ।
ਪੱਥਰ ਪਾਣੀ ਵਿੱਚ ਰਿੜਦਿਆਂ ਰਿੜਦਿਆਂ ਕਸ ਕੇ ਉਹਦੇ ਬਰੀਕ ਕਣ ਬਣ ਗਏ। ਉਹ ਰੇਤ ਦਾ ਰੂਪ ਹੋ ਗਿਆ, ਕਿਸੇ ਮੈਦਾਨ ਵਿੱਚ ਵਿਛ ਗਿਆ। ਜਿਸ ਧਰਤੀ ਤੇ ਅੱਜ ਆਪਾਂ ਬੈਠੇ ਹਾਂ, ਉੱਤਰੀ ਭਾਰਤ, ਖਾਸ ਕਰਕੇ ਪੰਜਾਬ ਦੀ ਧਰਤੀ, ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਪਹਾੜਾਂ ਦੀ ਮਿੱਟੀ ਨਦੀਆਂ ਦੁਆਰਾ ਵਿਛ ਕੇ ਪੱਧਰ ਹੋ ਕੇ ਇਹ ਮੈਦਾਨ ਬਣੇ ਨੇ। ਜਿਹੜੀ ਐਨਰਜੀ ਮਿੱਟੀ ਵਿੱਚ ਹੈ, ਜਿਹੜੀ ਐਨਰਜੀ ਕਿਸੇ ਪੱਥਰ ਦੇ ਵਿੱਚ ਹੈ, ਵਕਤ ਆਇਆ, ਸਮਾਂ ਬੀਤਿਆ, ਉਹ ਸਮਾਂ ਸੈਂਕੜੇ ਸਾਲ ਵੀ ਹੋ ਸਕਦਾ ਹੈ, ਉਹ ਸਮਾਂ ਹਜ਼ਾਰਾਂ ਸਾਲ ਵੀ ਹੋ ਸਕਦਾ ਹੈ। ਉਸ ਐਨਰਜੀ ਨੇ ਅਗਲਾ ਰੂਪ ਧਾਰਨ ਕੀਤਾ, ਉਸ ਮਿੱਟੀ ਦੇ ਵਿੱਚੋਂ ਬਨਸਪਤੀ ਨੇ ਐਨਰਜੀ ਗ੍ਰਹਿਣ ਕੀਤੀ ਹੈ। ਅੱਜ ਜਿੰਨੀ ਵੀ ਬਨਸਪਤੀ ਹੈ, ਇਹ ਨਿਰਭਰ ਕਰਦੀ ਹੈ ਉਸ ਧਰਤੀ ਦੇ ਅੰਦਰਲੀ ਐਨਰਜੀ ਤੇ, ਉੱਥੋਂ ਦੇ ਵਾਤਾਵਰਣ ਤੇ। ਜੇ ਇਹ ਕਹਿ ਦਈਏ ਕਿ ਧਰਤੀ ਦੇ ਅੰਦਰ ਦਾ ਗੁਣ ਹੀ ਕਿਸੇ ਵਨਸਪਤੀ ਨੂੰ ਹੋਂਦ ਵਿੱਚ ਲਿਆ ਸਕਦਾ ਹੈ। ਹਰ ਧਰਤੀ ਅੱਜ ਵੀ ਚੰਦਨ ਪੈਦਾ ਨਹੀਂ ਕਰ ਸਕਦੀ ਹੈ। ਕੇਵਲ ਕਰਨਾਟਕ ਦੇ ਜੰਗਲਾਂ ਵਿੱਚ ਚੰਦਨ ਪੈਦਾ ਹੁੰਦਾ ਹੈ, ਬਾਕੀ ਗਲੋਬਲ ਵਿੱਚ ਕਿਤੇ ਵੀ ਚੰਦਨ ਪੈਦਾ ਨਹੀਂ ਹੁੰਦਾ। ਕੇਸਰ ਦੀ ਇੱਕ ਬੂਟੀ ਹੈ, ਇਹ ਕੇਵਲ ਕਸ਼ਮੀਰ ਦੇ ਅੰਦਰ ਇੱਕ ਛੋਟੇ ਜਿਹੇ ਖਿੱਤੇ ਵਿੱਚ ਪੈਦਾ ਹੁੰਦੀ ਹੈ। ਇਸ ਤੋਂ ਬਿਨਾਂ ਦੁਨੀਆ ਵਿੱਚ ਕਿਤੇ ਕੇਸਰ ਨਹੀਂ ਪੈਦਾ ਹੁੰਦਾ। ਵਨਸਪਤੀ ਦੀ ਪੈਦਾਇਸ਼ ਦੇ ਪਿੱਛੇ ਮਿੱਟੀ ਦੀ ਤਾਕਤ ਕੰਮ ਕਰ ਰਹੀ ਹੈ। ਸੂਰਜ ਹਰ ਇੱਕ ਥਾਂ ਤੇ ਉਹੋ ਹੀ ਹੈ, ਪਾਣੀ ਵੀ ਹਰ ਇੱਕ ਥਾਂ ਤੇ ਉਹ ਪ੍ਰਾਪਤ ਕੀਤਾ ਜਾ ਸਕਦਾ ਹੈ। ਜ਼ਮੀਨ ਦੀ ਸਿੰਚਾਈ ਵਾਸਤੇ ਸ਼ਾਇਦ ਵਰਤ ਲਵੇ ਕੋਈ ਆਧੁਨਿਕ ਸਾਧਨਾਂ ਦੁਆਰਾ। ਹਵਾ ਵੀ ਸਾਰੀਆਂ ਥਾਵਾਂ ਤੇ ਚੱਲ ਕੇ ਪਹੁੰਚ ਸਕਦੀ ਹੈ। ਫਰਕ ਕੇਵਲ ਕੀ ਹੈ ਕਿ ਧਰਤੀ ਦੇ ਅੰਦਰ ਜਿਹੜੀ એનર્ਜੀ ਹੈ, ਉਹ ਵਨਸਪਤੀ ਦੇ ਕਿਸੇ ਵੰਨਗੀ ਵਾਸਤੇ ਖਾਸ ਅਹਿਮੀਅਤ ਰੱਖਦੀ ਹੈ। ਪੱਥਰ ਦੀ એનર્ਜੀ, ਮਿੱਟੀ ਦੀ એનર્ਜੀ ਚੱਲ ਕੇ ਵਨਸਪਤੀ ਵਿੱਚ ਆਈ ਹੈ। ਜਾਣੀ ਕਿ ਉਸ ਪੱਥਰ ਨੇ ਹੀ ਮਾਨੋ ਅਗਲਾ ਰੂਪ ਵਨਸਪਤੀ ਦਾ, ਰੁੱਖ ਦਾ ਧਾਰਨ ਕਰ ਲਿਆ, ਕਿਸੇ ਬੂਟੇ ਦਾ, ਪੌਦੇ ਦਾ ਰੂਪ ਧਾਰਨ ਕਰ ਲਿਆ। ਉਹ એનર્ਜੀ ਅੱਗੇ ਚੱਲੀ, ਉਹ ਤਾਕਤ ਅੱਗੇ ਚੱਲੀ। ਉਸ ਬਨਸਪਤੀ ਨੂੰ ਕੋਈ ਫਲ ਲੱਗਿਆ, ਉਸ ਬਨਸਪਤੀ ਵਿੱਚੋਂ ਕੋਈ ਅਨਾਜ ਦਾ ਦਾਣਾ ਪੈਦਾ ਹੋਇਆ, ਉਸ ਬਨਸਪਤੀ ਨੇ ਅੱਜ ਦੀ ਸਾਡੀ ਖੁਰਾਕ ਦੇ ਰੂਪ ਵਿੱਚ ਕੋਈ ਸਬਜ਼ੀ ਹੋ ਸਕਦੀ ਹੈ, ਕੋਈ ਫਲ ਹੋ ਸਕਦਾ ਹੈ, ਇਹ ਚੀਜ਼ਾਂ ਦਾ ਰੂਪ ਧਾਰਨ ਕੀਤਾ। ਜਿਹੜੀ ਤਾਕਤ ਪੱਥਰ ਤੋਂ ਚੱਲੀ ਸੀ, ਇਸ ਰੂਪ ਤੱਕ ਪਹੁੰਚ ਗਈ ਹੈ। ਸ਼ਾਇਦ ਇੱਥੋਂ ਤੱਕ ਪਹੁੰਚਣ ਵਾਸਤੇ ਸੈਂਕੜੇ ਸਾਲ ਜਾਂ ਹਜ਼ਾਰਾਂ ਸਾਲ ਲੱਗ ਜਾਂਦੇ ਨੇ। ਫਿਰ ਉਹ એનર્ਜੀ ਅੱਗੇ ਖੁਰਾਕ ਬਣੀ ਕਿਸੇ ਪਸ਼ੂ ਦੀ, ਕਿਸੇ ਪੰਛੀ ਦੀ। ਤੁਸੀਂ ਵੇਖਦੇ ਹੋ ਰੋਜ਼ਾਨਾ ਪਾਤਸ਼ਾਹ ਭੋਜਨ ਦਾ ਵੀ ਜ਼ਿਕਰ ਕਰਦੇ ਨੇ। ਇੱਕ ਮਾਸਹਾਰੀ, ਇੱਕ ਤ੍ਰਿਣ ਖਾਹੇ, ਇੱਕ ਨਾ ਛਤੀ ਅੰਮ੍ਰਿਤ ਪਾਹੇ, ਇੱਕ ਮਿੱਟੀਆ ਮਹਿ ਮਿੱਟੀਆ ਖਾਹੇ, ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਮ ਆਧਾਰ। ਕੁਝ ਵੰਨਗੀ ਐਸੀ ਹੈ 84 ਲੱਖ ਜੂਨਾਂ ਦੇ ਵਿੱਚੋਂ, ਜਿਹੜੀ ਕੇਵਲ ਵਨਸਪਤੀ ਦਾ ਹੀ ਭੋਜਨ ਕਰ ਰਹੀ ਹੈ। ਉਸ ਭੋਜਨ ਦੇ ਵਿੱਚੋਂ ਜਦੋਂ ਕਿਸੇ ਪਸ਼ੂ ਨੇ ਖਾਧਾ, ਕਿਸੇ ਜੰਗਲੀ ਜੀਵ ਨੇ ਉਹਨੂੰ ਵਨਸਪਤੀ ਨੂੰ ਖਾਧਾ, ਉਹ ਹੀ ਤਾਕਤ ਸੀ ਜਿਹੜੀ ਮਿਹਦੇ ਵਿੱਚੋਂ ਪ੍ਰਵੇਸ਼ ਹੋ ਕੇ ਸਰੀਰ ਵਿੱਚ ਗਈ ਹੈ। ਜਾਣੀ ਕਿ ਉਹਨੇ ਅਗਲਾ ਰੂਪ ਕੋਈ ਧਾਰਨ ਕੀਤਾ ਹੈ। ਕਿਸੇ ਪਸ਼ੂ ਨੇ ਮਾਨੋ ਉਸ ਖੁਰਾਕ ਨੂੰ ਖਾਧਾ, ਵਨਸਪਤੀ ਨੂੰ ਖਾਧਾ, ਉਹਨੇ એનર્ਜੀ ਨੂੰ ਦੁੱਧ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਹੈ। ਫਿਰ ਧਿਆਨ ਦੇਣਾ, ਪੱਥਰ ਤੋਂ ਚੱਲੀ ਹੋਈ ਤਾਕਤ ਵਨਸਪਤੀ ਦੇ ਰੂਪ ਵਿੱਚੋਂ ਵਿਚਰਦਿਆਂ ਹੋਇਆਂ ਕਿਸੇ ਪਸ਼ੂ ਦੀ ਖੁਰਾਕ ਬਣ ਕੇ ਦੁੱਧ ਦਾ ਰੂਪ ਵੀ ਹੋ ਗਈ ਹੈ। ਥੋੜਾ ਹੋਰ ਅੱਗੇ ਚੱਲ ਪਈਏ, ਉਸ ਦੁੱਧ ਦੀ ਖੁਰਾਕ ਬਣੀ ਕੋਈ ਪਦਾਰਥ, ਉਹ ਮਨੁੱਖ ਨੇ ਖਾਧਾ। ਸਿੱਧੇ ਰੂਪ ਵਿੱਚ ਵੀ ਬਨਸਪਤੀ ਦੀ ਖੁਰਾਕ ਨੂੰ ਮਨੁੱਖ ਨੇ ਖਾਧਾ, ਫਲ ਖਾਧਾ, ਕੋਈ ਸਬਜ਼ੀ ਖਾਧੀ ਹੈ। ਤੇ ਇਸ ਖੁਰਾਕ ਨੇ ਫਿਰ ਤਬਦੀਲੀ ਲਈ ਹੈ, ਇਹਦੇ ਵਿੱਚ ਬਦਲਾਅ ਆਇਆ। ਬਦਲਾਅ ਆਉਣ ਤੋਂ ਬਾਅਦ ਕਿਸੇ ਮਨੁੱਖ ਦੇ ਸਰੀਰ ਦੀ ਮਾਂ ਕੀ ਰਕਤ ਪਿਤਾ ਬਿਨ ਧਾਰਾ ਦੁਆਰਾ ਇੱਕ ਸਰੀਰ ਦੀ ਘਾੜਤ ਹੋਈ, ਨਵਾਂ ਸਰੀਰ ਕੱਢਿਆ ਗਿਆ। ਉਸ ਸਰੀਰ ਦੇ ਵਿਕਾਸ ਵਾਸਤੇ ਵੀ ਇਸੇ ਤਾਕਤ ਦੀ ਭੋਜਨ ਦੀ ਵਰਤੋਂ ਹੋਈ ਹੈ। ਹੁਣ ਫਿਰ ਸਮਝੀਏ ਕਿ ਜਿਹੜੀ ਤਾਕਤ ਪੱਥਰ ਤੋਂ ਚੱਲੀ ਸੀ, ਮਿੱਟੀ ਤੋਂ ਚੱਲੀ ਸੀ,
ਉਹ ਕਈ ਰੂਪ ਬਦਲਦਿਆਂ ਇੱਥੋਂ ਤੱਕ ਪਹੁੰਚ ਗਈ ਹੈ। ਇਹਦੇ ਵਾਸਤੇ ਸਮਾਂ ਥੋੜਾ ਨਹੀਂ, ਹੋ ਸਕਦਾ ਹਜ਼ਾਰਾਂ ਲੱਖਾਂ ਸਾਲ ਲੱਗੇ ਨੇ, ਹੋ ਸਕਦਾ ਕਈ ਯੁੱਗ ਲੱਗੇ ਨੇ। ਭਾਈ ਪ੍ਰਾਪਤ ਮਾਨੁਖ ਦੇਹੁਰੀਆ। ਫਿਰ ਚੇਤੇ ਕਰਵਾ ਦਿਆਂ, ਜਿਸ ਵਸਤੂ ਦੀ ਘਾੜਤ ਨੂੰ ਸਮਾਂ ਬਹੁਤ ਲੱਗੇ, ਜਿਸ ਵਸਤੂ ਦੀ ਘਾੜਤ ਵਾਸਤੇ ਕਾਰੀਗਰ ਦੀ ਮਿਹਨਤ ਬਹੁਤ ਜ਼ਿਆਦਾ ਹੋਵੇ, ਕੁਦਰਤੀ ਗੱਲ ਹੈ ਉਹ ਵਸਤੂ ਬੜੀ ਕੀਮਤ ਰੱਖਿਆ ਕਰਦੀ ਹੈ। ਗੁਰਮੁਖੋ ਚੇਤੇ ਰੱਖਣਾ, ਇਸ ਦੇਹੀ ਦੀ ਘਾੜਤ ਦੇ ਪਿੱਛੇ ਮੇਰੇ ਕਿਰਪਾਲੂ ਵਾਹਿਗੁਰੂ ਕਾਰੀਗਰ ਦੀ ਮਿਹਨਤ ਬਹੁਤ ਵੱਡੀ ਹੈ। ਇਸ ਦੀ ਘਾੜਤ ਨੂੰ ਸਮਾਂ ਵੀ ਬਹੁਤ ਲੱਗਿਆ, ਇਸ ਕਰਕੇ ਇਸ ਦੇਹੀ ਦੀ ਕੀਮਤ ਬਹੁਤ ਵੱਡੀ ਹੈ। ਕੋਈ ਅੱਜ ਆਪਣੀ ਮਰਜ਼ੀ ਅਨੁਸਾਰ ਇਸ ਸਫ਼ਰ ਨੂੰ ਤੈਅ ਕਰਕੇ ਮਨੁੱਖਾ ਦੇਹੀ ਤੱਕ ਨਹੀਂ ਪਹੁੰਚ ਪਾਏਗਾ, ਜੇ ਵਾਹਿਗੁਰੂ ਦੀ ਰਹਿਮਤ ਇਹਦੇ ਪਿੱਛੇ ਨਹੀਂ ਵਰਤ ਰਹੀ। ਇਹ ਸਰਕਲ ਚੱਲ ਰਿਹਾ ਹੈ, ਚੱਕਰ ਚੱਲ ਰਿਹਾ ਹੈ। ਇਸੇ ਨੂੰ 84 ਲੱਖ ਜੂਨ ਦਾ ਚੱਕਰ ਕਿਹਾ ਜਾਂਦਾ ਹੈ। ਚੇਤੇ ਰੱਖਣਾ, ਜ਼ਰੂਰੀ ਨਹੀਂ ਕਿ ਇਹ ਚੱਲਦਿਆਂ ਮਨੁੱਖਾ ਦੇਹੀ ਤੱਕ ਪਹੁੰਚ ਜਾਵੇ। ਅਗਰ ਕਿਤੇ ਟਰਨ ਟੇਢੀ ਹੋ ਗਈ, ਰਸਤਾ ਕੱਟਿਆ ਗਿਆ ਨਾ, ਸ਼ਾਇਦ ਮੁੜ ਕੇ ਫਿਰ ਮਿੱਟੀ ਵਿੱਚ ਚਲੀ ਜਾਵੇ, ਸ਼ਾਇਦ ਮੁੜ ਕੇ ਫਿਰ ਪੱਥਰ ਵਿੱਚ ਚਲੀ ਜਾਵੇ। ਕਈ ਵਾਰੀ ਕੋਈ ਸੱਜਣ ਜਾ ਕੇ ਮਸ਼ੀਨ ਦੇ ਉੱਤੇ ਅਲਟਰਾਸਾਊਂਡ ਸਕੈਨ ਕਰਵਾਉਂਦਾ ਹੈ ਤੇ ਉਹਦੀ ਸਕਰੀਨ ਦੇ ਉੱਤੇ ਇੱਕ ਤਸਵੀਰ ਵੇਖ ਕੇ ਉਹਦੀ ਰਿਪੋਰਟ ਜਦੋਂ ਤਿਆਰ ਕੀਤੀ ਜਾਂਦੀ ਹੈ ਤੇ ਕਹਿ ਦਿੱਤਾ ਜਾਂਦਾ, ਸੱਜਣਾ ਤੇਰੇ ਕਿਡਨੀ ਦੇ ਵਿੱਚ, ਤੇਰੇ ਗੁਰਦੇ ਦੇ ਵਿੱਚ ਪੱਥਰੀ ਹੈ, ਤੇਰੇ ਪਿੱਤੇ ਦੇ ਵਿੱਚ 4 mm 5 mm ਦੀ ਪੱਥਰੀ ਹੈ। ਹੁਣ ਵੇਖੀਏ ਜੇ ਖਾਧਾ ਤੇ ਫਲ ਸੀ, ਖਾਧਾ ਤੇ ਅਨਾਜ ਸੀ, ਖਾਧੀਆਂ ਦਾਲਾਂ ਸੀ, ਖਾਧੀਆਂ ਸਬਜ਼ੀਆਂ ਸੀ, ਪਰ ਪੱਥਰ ਕਿੱਥੋਂ? ਕਾਰਨ ਕੀ ਹੈ? ਕਿਉਂਕਿ ਹਿਸਟਰੀ ਵਿੱਚ, ਇਤਿਹਾਸ ਵਿੱਚ ਪੱਥਰ ਹੈ। ਉਹ ਪੱਥਰ ਤੋਂ ਚੱਲੀ ਹੋਈ ਐਨਰਜੀ ਸੀ, ਬੜੀ ਛੇਤੀ ਟਰਨ ਲੈ ਕੇ ਉਹ ਮੁੜ ਕੇ ਪੱਥਰ ਵਿੱਚ ਚਲੇ ਗਈ ਹੈ। ਅੱਜ ਤੋਂ 3 ਸਾਲ ਪਹਿਲਾਂ ਚਾਈਨਾ ਦੇ ਜੰਗਲਾਂ ਵਿੱਚ ਕੁਝ ਐਸੇ ਰੁੱਖ ਮਿਲੇ ਨੇ, ਉਹ ਵੇਖਣ ਤੋਂ ਰੁੱਖ ਨੇ, ਦੂਰੋਂ ਤੱਕੀਏ ਇਉਂ ਲੱਗਦਾ ਕੋਈ ਰੁੱਖ ਦਾ ਤਣਾ ਹੈ, ਪਰ ਜਿਸ ਵੇਲੇ ਵਿਗਿਆਨੀਆਂ ਨੇ ਉਹਦੀ ਖੋਜ ਕੀਤੀ, ਨੇੜਿਓਂ ਉਹਦੀ ਰਿਸਰਚ ਕੀਤੀ, ਅਸਲ ਵਿੱਚ ਉਹ ਡਿੱਗੇ ਹੋਏ ਰੁੱਖਾਂ ਦੇ ਤਣੇ ਨਹੀਂ ਸਨ, ਉਹ ਪੱਥਰ ਸਨ। ਉਹਨੂੰ ਵਾਚਿਆ ਗਿਆ, ਲੈਬ ਦੇ ਵਿੱਚ ਜਾ ਕੇ ਉਹਦੇ ਮਟੀਰੀਅਲ ਨੂੰ ਟੈਸਟ ਕੀਤਾ ਗਿਆ ਕਿ ਰੁੱਖਾਂ ਦੀ ਸ਼ਕਲ ਵਿੱਚ ਪੱਥਰ ਕਿਉਂ? ਰਿਸਰਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਅਸਲੀਅਤ ਵਿੱਚ ਇਹ ਕਿਸੇ ਸਮੇਂ ਵਾਕਈ ਰੁੱਖ ਸੀ, ਪਰ ਹਜ਼ਾਰਾਂ ਸਾਲ ਬੀਤ ਜਾਣ ਤੋਂ ਬਾਅਦ ਉਸੇ ਤਰ੍ਹਾਂ ਇੱਕੋ ਥਾਂ ਤੇ ਪਏ ਹੋਏ ਉਹ ਰੁੱਖਾਂ ਦੇ ਤਣੇ ਮੁੜ ਕੇ ਸਖਤ ਇੰਨੇ ਹੋ ਗਏ, ਚੱਲਦਿਆਂ ਉਹ ਪੱਥਰ ਬਣ ਗਏ। ਹੁਣ ਸਮਝੀਏ ਕਿ ਜਿਹੜੀ ਤਾਕਤ ਚੱਲੀ ਸੀ ਪੱਥਰ ਤੋਂ, ਉਹ ਵਨਸਪਤੀ ਤੱਕ ਪਹੁੰਚੀ ਹੈ, ਪਰ ਵਨਸਪਤੀ ਤੋਂ ਅਗਲਾ ਕਦਮ ਨਹੀਂ ਪੁੱਟਿਆ ਗਿਆ। ਉਹ ਚੱਕਰ ਉੱਥੇ ਹੀ ਵਾਪਸ ਮੁੜ ਗਿਆ, ਮੁੜ ਕੇ ਪੱਥਰ ਵਿੱਚ ਚਲੇ ਗਈ ਹੈ। ਮਨੁੱਖਾ ਦੇਹੀ ਤੱਕ ਪਹੁੰਚਣਾ ਉਹਦੇ ਵਾਸਤੇ ਬੜਾ ਦੂਰ ਰਹਿ ਗਿਆ ਹੈ। ਚੱਲਦਿਆਂ ਹੋ ਸਕਦਾ ਪਸ਼ੂ ਤੱਕ ਪਹੁੰਚ ਜਾਵੇ, ਪਰ ਜ਼ਰੂਰੀ ਨਹੀਂ ਫਿਰ ਵੀ ਮਨੁੱਖ ਬਣੇ, ਪਸ਼ੂ ਤੋਂ ਮੁੜ ਕੇ ਫਿਰ ਉਸੇ ਚੱਕਰ ਵਿੱਚ ਪ੍ਰਵਿਰਤ ਹੋ ਸਕਦਾ ਹੈ। ਚੱਲਦਿਆਂ ਹੋ ਸਕਦਾ ਉਹ ਕਿਸੇ ਜਾਨਵਰ ਦਾ ਰੂਪ ਧਾਰਨ ਕਰ ਲਵੇ, ਪਰ ਦਾਵਾ ਨਹੀਂ ਕਿ ਉਹ ਮਨੁੱਖਾ ਦੇਹੀ ਤੱਕ ਪਹੁੰਚ ਪਾਏਗੀ। ਇਸ ਲਈ ਗੁਰਮੁਖ ਪਿਆਰਿਓ, ਮੈਂ ਫਿਰ ਚੇਤੇ ਕਰਵਾ ਦਿਆਂ ਕਿ ਜਿਸ ਵਸਤੂ ਦੀ ਘਾੜਤ ਦੇ ਉੱਤੇ ਸਮਾਂ ਵਧੇਰੇ ਲੱਗਦਾ ਹੈ, ਜਿਸ ਵਸਤੂ ਦੀ ਘਾੜਤ ਦੇ ਉੱਤੇ ਮਿਹਨਤ ਬਹੁਤ ਆਉਂਦੀ ਹੈ, ਉਸ ਵਸਤੂ ਦੀ ਆਪਣੇ ਆਪ ਕੀਮਤ ਵੱਡੀ ਹੋ ਜਾਂਦੀ ਹੈ। ਇਸ ਮਨੁੱਖਾ ਦੇਹੀ ਦੀ ਘਾੜਤ ਪਿੱਛੇ ਬਹੁਤ ਵੱਡਾ ਸਮਾਂ ਅਤੇ ਬਹੁਤ ਕਰੜੀ ਮਿਹਨਤ ਕੰਮ ਕਰ ਰਹੀ ਹੈ। ਇਹਦਾ ਦੂਸਰਾ ਪੱਖ ਲਈਏ, ਇਹ ਤੇ ਆਪਾਂ ਅਸਥੂਲ ਪੱਖ, ਮੈਟੀਰੀਅਲ ਦਾ ਪੱਖ ਲਿਆ। ਹੁਣ ਰੂਹਾਨੀ ਪੱਖ ਲਈਏ। ਸਰੀਰ ਤੇ ਵੱਖ-ਵੱਖ ਰੂਪਾਂ ਵਿੱਚ ਬਦਲਦਾ ਗਿਆ। ਅੰਦਰਲੀ ਤਾਕਤ ਜਿਹਨੂੰ ਰੋਸ਼ਨੀ ਕਿਹਾ, ਲਾਈਟ ਕਿਹਾ, ਵਾਹਿਗੁਰੂ ਦੀ ਜੋਤ ਕਿਹਾ, ਸਭ ਮਹਿ ਜੋਤ ਹੈ ਸੋਏ। ਉਹ ਜਿਹੜੀ ਜੋਤ ਹੈ ਉਹ ਵੀ ਇਹਦੇ ਵਿੱਚ ਚੱਲ ਰਹੀ ਹੈ। ਤਾਕਤ ਉੱਥੋਂ ਮਿਲ ਰਹੀ ਹੈ, ਇੱਕ ਕੇਂਦਰ ਬਿੰਦੂ ਤੋਂ। ਉਹ ਚੱਲੀ ਹੋਈ એનર્ਜੀ ਸਰਕਲ ਵਿੱਚ ਘੁੰਮ ਰਹੀ ਹੈ, ਪਰ ਮਨੁੱਖਾ ਦੇਹੀ ਤੱਕ ਪਹੁੰਚਣਾ ਵਾਹਿਗੁਰੂ ਦੀ ਰਹਿਮਤ ਦੇ ਬਿਨਾਂ ਨਹੀਂ ਮਿਲ ਰਿਹਾ ਹੈ।
ਚੱਲੇ ਤੇ ਸਾਰੇ ਸੀ। ਇੱਕ ਪੰਕਤੀ ਗੁਰਬਾਣੀ ਵਿੱਚ ਆਉਂਦੀ ਹੈ, ਹਉ ਆਇਆ ਦੂਰ ਹੋ ਚੱਲ ਕੇ, ਮੈਂ ਤੱਕੀ ਤਉ ਸਰਨਾਏ ਜੀਓ। ਮੈਂ ਕਈ ਵਾਰੀ ਹੁਕਮਨਾਮਾ ਲੈਣ ਵਾਲੇ ਗੁਰਮੁਖਾਂ ਦੀ ਰਸਨਾ ਤੋਂ ਇਹ ਪੰਕਤੀ ਸੁਣਦਾ ਤੇ ਅਕਸਰ ਇਹ ਪੰਕਤੀ ਦੀ ਵਰਤੋਂ ਪ੍ਰਚਾਰਕ ਲੋਕ ਵੀ ਉੱਥੇ ਕਰ ਲੈਂਦੇ ਨੇ ਜਦੋਂ ਅਸੀਂ ਕਈ ਵਾਰੀ ਕਿਸੇ ਖਾਸ ਲੰਮੀ ਦੂਰੀ ਤੋਂ ਚੱਲ ਕੇ ਕਿਸੇ ਸਥਾਨ ਤੇ ਪਹੁੰਚੇ ਹਾਂ। ਇੱਥੋਂ ਕੋਈ ਸੱਜਣ ਹਜੂਰ ਸਾਹਿਬ ਗਿਆ, ਜੇ ਉਹ ਗੁਰਬਾਣੀ ਦੀ ਸੋਝੀ ਰੱਖਣ ਵਾਲਾ ਹੈ, ਕੁਦਰਤੀ ਉਹਦੇ ਮਨ ਵਿੱਚ ਇੱਕ ਭਾਵਨਾ ਬਣੀ, ਮਹਾਰਾਜ ਮੈਂ ਹਉ ਆਇਆ ਦੂਰ ਹੋ ਚੱਲ ਕੇ, ਮੈਂ ਤੱਕੀ ਤਉ ਸਰਨਾਏ ਜੀਓ। ਕੋਈ ਵਿਦੇਸ਼ ਤੋਂ ਚੱਲ ਕੇ ਸ੍ਰੀ ਹਰਿਮੰਦਰ ਸਾਹਿਬ ਆਇਆ, ਉਹਦੇ ਮਨ ਵਿੱਚ ਇੱਕ ਖਿਆਲ ਬਣਿਆ, ਹਉ ਆਇਆ ਦੂਰ ਹੋ ਚੱਲ ਕੇ, ਮੈਂ ਤੱਕੀ ਤਉ ਸਰਨਾਏ ਜੀਓ। ਖਿਮਾ ਕਰਨਾ, ਅਸਲ ਵਿੱਚ ਇਹ ਪੰਕਤੀ ਇਸ ਤਰ੍ਹਾਂ ਦੇ ਫਾਸਲੇ ਦੇ ਉੱਤੇ ਨਹੀਂ ਟੁਕਦੀ ਕੋਈ ਆਖੇ ਜੀ ਮੈਂ ਬੜੀ ਦੂਰੋਂ ਚੱਲ ਕੇ ਆਇਆ, ਕਿਉਂਕਿ ਸਥਾਨ ਕਰਕੇ ਪਰਮਾਤਮਾ ਦੇ ਨਾਲੋਂ ਕਦੇ ਵੀ ਸਾਡੀ ਦੂਰੀ ਨਹੀਂ ਹੁੰਦੀ ਹੈ। ਦੋ ਦੂਰੀਆਂ, ਇੱਕ ਸਥਾਨ ਦੀ ਦੂਰੀ, ਦੂਸਰੀ ਸਮੇਂ ਦੀ ਦੂਰੀ। ਇਹਨਾਂ ਵਿੱਚ ਇੱਕ ਭੇਦ ਹੈ। ਜਦੋਂ ਪਰਮਾਤਮਾ ਦੀ ਗੱਲ ਆਉਂਦੀ ਹੈ, ਸਥਾਨ ਦੀ ਦੂਰੀ ਬਾਰੇ ਅਸੀਂ ਕਦੇ ਨਹੀਂ ਕਹਿ ਸਕਦੇ ਜੀ ਅਸੀਂ ਹਜ਼ਾਰਾਂ ਕਿਲੋਮੀਟਰ ਤੋਂ ਚੱਲ ਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਪਰ ਇੱਕ ਗੱਲ ਜ਼ਰੂਰ ਹੈ, ਜਦੋਂ ਅਸੀਂ ਆਖਾਂਗੇ ਜੀ ਹਉ ਆਇਆ ਦੂਰੋਂ ਚੱਲ ਕੇ, ਮਹਾਰਾਜ ਮੈਂ ਚੱਲ ਕੇ ਆਇਆ ਪੱਥਰ ਜੋਨੀ ਤੋਂ, ਮੈਂ ਚੱਲ ਕੇ ਆਇਆ ਬਨਸਪਤੀ ਦੀ ਜੋਨੀ ਤੋਂ, ਉੱਥੋਂ ਚੱਲਦਿਆਂ ਚੱਲਦਿਆਂ ਪਤਾ ਨਹੀਂ ਕਿੰਨੇ ਰਸਤਿਆਂ ਦੇ ਵਿੱਚ ਪੜਾਅ ਪਾਰ ਕਰਦਿਆਂ ਕਰਦਿਆਂ ਇਸ ਮਨੁੱਖਾ ਦੇਹੀ ਤੱਕ ਪਹੁੰਚਿਆ ਹਾਂ ਤੇ ਹੁਣ ਆ ਕੇ ਤੁਹਾਡੀ ਸ਼ਰਨ ਤੱਕ ਲਈ ਹੈ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਈ ਜੀਓ। ਚੱਲੇ ਸਾਰੇ ਨੇ ਪਰ ਕਈ ਪਿੱਛੇ ਮੁੜ ਗਏ, ਕਈ ਸਿਰੇ ਨਹੀਂ ਪਹੁੰਚ ਪਾਏ। ਇੱਥੋਂ ਤੱਕ ਵੀ ਹੋਇਆ ਕਿ ਮਨੁੱਖਾ ਦੇਹੀ ਵੀ ਪ੍ਰਾਪਤ ਹੋਈ। ਸਮਝਣ ਦਾ ਯਤਨ ਕਰਨਾ, ਮਾਂ ਦੇ ਗਰਭ ਦੇ ਅੰਦਰ ਮਨੁੱਖਾ ਸਰੀਰ ਮਿਲ ਗਿਆ ਸੀ, ਉਸ ਵਕਤ ਗਰਭ ਦੇ ਅੰਦਰ ਹੀ ਮੌਤ ਵੀ ਮਿਲ ਗਈ। ਜਨਮ ਤੋਂ ਪਹਿਲਾਂ ਡਾਕਟਰਾਂ ਨੇ ਬੱਚੇ ਨੂੰ ਡੈਡ ਕਰਾਰ ਦੇ ਦਿੱਤਾ ਹੈ। ਮੌਤ ਮਿਲੀ ਪਰ ਜਨਮ ਨਹੀਂ ਮਿਲਿਆ, ਸਰੀਰ ਮਿਲਿਆ ਪਰ ਜ਼ਿੰਦਗੀ ਨਹੀਂ ਮਿਲੀ ਹੈ। ਐਸਾ ਮੋੜ ਵੀ ਕਈ ਵਾਰੀ ਕੱਟਿਆ ਗਿਆ ਹੈ। ਹੋਰ ਪੱਖ ਲਈਏ, ਬਹੁਤ ਸਾਰੇ ਸੈੱਲਾਂ ਨੇ ਮਾਂ ਦੇ ਗਰਭ ਦੇ ਅੰਦਰ ਜਗ੍ਹਾ ਬਣਾਈ ਸੀ, ਪਰ ਸਾਰਿਆਂ ਦਾ ਵਿਕਾਸ ਨਾ ਹੋ ਸਕਿਆ। ਵਿਕਾਸ ਕੇਵਲ ਇੱਕ ਜਾਂ ਕਿਤੇ ਕਿਤੇ ਦੋ ਸੈੱਲਾਂ ਦਾ ਹੋਇਆ। ਇਸ ਤੋਂ ਜ਼ਿਆਦਾ ਉਹ ਸੈੱਲ ਇੱਥੋਂ ਤੱਕ ਪਹੁੰਚ ਕੇ ਮੁੜ ਕੇ ਫਿਰ ਉਸੇ ਚੱਕਰ ਵਿੱਚ ਪ੍ਰਵਿਰਤ ਹੋ ਗਏ ਨੇ। ਚੱਲੇ ਸਾਰੇ ਸੀ, ਇਸ ਦੇਹੀ ਤੱਕ ਪਹੁੰਚਿਆ ਕੋਈ ਵਿਰਲਾ ਹੈ। ਹੁਣ ਆਪਾਂ ਗਿਆਨ ਦਾ ਪੱਖ, ਆਤਮਾ ਦੀ ਸੋਝੀ ਦੀ ਗੱਲ ਕਰੀਏ। ਜਿਸ ਵੇਲੇ ਇਹ એનર્ਜੀ, ਇਹ ਤਾਕਤ ਪੱਥਰ ਦੇ ਵਿੱਚ ਸੀ, ਉਸ ਵਕਤ ਇਹਦੇ ਵਿੱਚ ਕੋਈ ਚੇਤਨਤਾ ਨਹੀਂ ਸੀ। ਪੱਥਰ ਦੇ ਅੰਦਰ ਕੋਈ ਚੇਤਨਤਾ ਨਹੀਂ। ਪੱਥਰ ਕਦੇ ਹਿੱਲ ਜੁਲ ਨਹੀਂ ਕਰਦਾ, ਹਜ਼ਾਰਾਂ ਸਾਲ ਇੱਕ ਥਾਂ ਤੇ ਟਿਕਿਆ ਰਹੇਗਾ। ਪੱਥਰ ਦੇ ਅੰਦਰ ਇੰਨੀ ਵੀ ਚੇਤਨਤਾ ਨਹੀਂ ਸੀ ਕਿ ਉਹ ਸਰਦੀ ਅਤੇ ਗਰਮੀ ਨੂੰ ਮਹਿਸੂਸ ਕਰ ਸਕੇ। ਜੇ ਠੰਡ ਵਿੱਚ ਪਿਆ ਤੇ ਪਿਆ, ਜੇ ਗਰਮੀ ਵਿੱਚ ਪਿਆ ਤੇ ਪਿਆ, ਉਹਨੂੰ ਕੋਈ ਫਰਕ ਨਹੀਂ ਹੈ ਕਿ ਠੰਡ ਅਤੇ ਗਰਮੀ ਵਿੱਚ ਕੋਈ ਭੇਦ ਹੈ, ਕਿਉਂਕਿ ਚੇਤਨਤਾ ਨਹੀਂ ਹੈ। ਪੱਥਰ ਦੀ ਚੇਤਨਤਾ ਦੇ ਬਾਰੇ ਗੁਰਬਾਣੀ ਅੰਦਰ ਅਤੇ ਵਿਦਵਾਨ ਲੋਕਾਂ ਨੇ ਬੜੇ ਵਿਚਾਰ ਦਿੱਤੇ ਨੇ ਕਿ ਪੱਥਰ ਕਦੇ ਪਾਣੀ ਵਿੱਚ ਨਹੀਂ ਭਿੱਜਦਾ। ਕਿਉਂ ਨਹੀਂ ਭਿੱਜਦਾ? ਕਿਉਂਕਿ ਚੇਤਨਤਾ ਤੋਂ ਰਹਿਤ ਹੈ। ਉੱਥੇ ਪਾਣੀ ਦਾ ਅਸਰ ਹੀ ਕੋਈ ਨਹੀਂ। ਧੁੱਪਾਂ ਵਿੱਚ ਪਿਆ, ਧੁੱਪ ਦਾ ਅਸਰ ਹੀ ਕੋਈ ਨਹੀਂ ਹੈ। ਪਰ ਜਿਸ ਵੇਲੇ ਉਹ ਤਾਕਤ ਥੋੜੀ ਤਬਦੀਲ ਹੋਈ, ਉਹਨੂੰ ਮਿੱਟੀ ਕਹਿ ਲਈਏ, ਮਿੱਟੀ ਨੇ ਗਰਮੀ ਸਰਦੀ ਨੂੰ ਵੀ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਜਿਸ ਵੇਲੇ ਉਹ ਤਾਕਤ ਕਿਸੇ ਬਨਸਪਤੀ ਵਿੱਚ ਆਈ, ਉਹਦੀ ਚੇਤਨਤਾ ਵਿੱਚ ਵਾਧਾ ਹੋ ਗਿਆ। ਉਹਦੀ ਚੇਤਨਤਾ ਇੱਥੋਂ ਤੱਕ ਪਹੁੰਚ ਗਈ, ਉਹ ਗਰਮੀ ਸਰਦੀ ਨੂੰ ਮਹਿਸੂਸ ਤੇ ਕਰਨ ਹੀ ਲੱਗਿਆ ਹੈ। ਤੇ ਗਰਮੀ ਦੇ ਵਿੱਚ, ਸਰਦੀ ਦੇ ਵਿੱਚ ਉਹਦੇ ਵੱਖੋ ਵੱਖਰੇ ਪ੍ਰਭਾਵ ਅੱਜ ਵੀ ਆਪਾਂ ਬਨਸਪਤੀ ਦੇ ਉੱਤੇ ਵੇਖ ਰਹੇ ਹਾਂ। ਉਹਦੇ ਨਾਲ ਨਾਲ ਮਹਿਸੂਸ ਕਰਨ ਦੀ ਸ਼ਕਤੀ, ਸੁਣਨ ਦੀ ਸ਼ਕਤੀ ਵੀ ਵਨਸਪਤੀ ਦੇ ਵਿੱਚ ਪ੍ਰਗਟ ਹੋ ਗਈ ਹੈ, ਤਰੱਕੀ ਹੋਈ ਹੈ ਉਹਦੀ ਚੇਤਨਤਾ ਦੇ ਵਿੱਚ।
ਵਨਸਪਤੀ ਦੇ ਉੱਤੇ ਇੰਨੇ ਤਜਰਬੇ ਹੋ ਚੁੱਕੇ ਨੇ ਕਿ ਵਨਸਪਤੀ ਆਪਣਾ ਸੁਭਾਅ ਵੀ ਤਬਦੀਲ ਕਰ ਲੈਂਦੀ ਹੈ। ਵਨਸਪਤੀ ਕਿਸੇ ਗੱਲ ਨੂੰ, ਕਿਸੇ ਆਵਾਜ਼ ਨੂੰ ਸੁਣ ਕੇ ਵੀ ਉਹਨੂੰ ਕਬੂਲ ਲੈਂਦੀ ਹੈ। ਯੂਨੀਵਰਸਿਟੀ ਵਿੱਚ ਇੱਕ ਤਜਰਬਾ ਕੀਤਾ ਗਿਆ ਪੌਦਿਆਂ ਦੇ ਉੱਤੇ। ਕੁਝ ਫਲਦਾਰ ਬੂਟੇ ਦੋ ਗਰੁੱਪਾਂ ਵਿੱਚ ਅਲੱਗ-ਅਲੱਗ ਲਗਾ ਦਿੱਤੇ ਗਏ। ਇੱਕ ਗਰੁੱਪ ਦੇ ਬੂਟਿਆਂ ਦੇ ਕੋਲ ਮਿਊਜ਼ਿਕ, ਸੰਗੀਤ ਲਾ ਦਿੱਤਾ ਗਿਆ। ਦੂਸਰੇ ਗਰੁੱਪ ਦੇ ਬੂਟਿਆਂ ਨੂੰ ਸੰਗੀਤ ਨਹੀਂ ਸੁਣਾਇਆ। ਬਾਕੀ ਦੀ ਖੁਰਾਕ ਉਹਨਾਂ ਦੀ ਬਰਾਬਰ ਰੱਖੀ ਗਈ, ਹਰ ਟ੍ਰੀਟਮੈਂਟ ਬਰਾਬਰ ਕੀਤਾ ਗਿਆ। ਤੇ ਉਹਦਾ ਨਤੀਜਾ ਕੀ ਹੋਇਆ? ਜਿਸ ਗਰੁੱਪ ਦੇ ਬੂਟਿਆਂ ਦੇ ਕੋਲ ਸੰਗੀਤ ਲਾਇਆ ਗਿਆ, ਉਸ ਗਰੁੱਪ ਦੇ ਬੂਟਿਆਂ ਨੇ ਦੂਸਰੇ ਗਰੁੱਪ ਦੇ ਮੁਕਾਬਲੇ 1 ਸਾਲ ਪਹਿਲਾਂ ਫਲ ਦਿੱਤਾ ਹੈ। ਸਾਡਾ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਇੱਕ ਬੂਟੇ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਰਚਨਾ ਤੋਂ ਗੁਰਬਾਣੀ ਦਾ ਕੀਰਤਨ ਸੁਣਿਆ। ਉਹਨੇ ਆਪਣੀ ਕੁੜੱਤਣ ਨੂੰ ਤਿਆਗ ਦਿੱਤਾ ਤੇ ਸਦਾ ਵਾਸਤੇ ਮਿਠਾਸ ਨੂੰ ਗ੍ਰਹਿਣ ਕਰ ਲਿਆ। ਵਨਸਪਤੀ ਵਿੱਚ ਚੇਤਨਤਾ ਆਈ ਹੈ। ਇੱਕ ਬੂਟੇ ਨੂੰ ਕਿਸੇ ਗੁਰੂ ਕੇ ਸਿੱਖ ਦਾ ਜੇ ਚਰਨ ਵੀ ਛੂਹ ਗਿਆ, ਖਡੂਰ ਸਾਹਿਬ ਆਪ ਜੀ ਕਈ ਸੱਜਣ ਗਏ ਹੋਣਗੇ, ਗੁਰਦੁਆਰਾ ਖੱਡੀ ਸਾਹਿਬ ਜਾਇਓ ਕਿਤੇ, ਉੱਥੇ ਅੱਜ ਇੱਕ ਸਾਨੂੰ ਜੰਡ ਦਾ ਬੂਟਾ ਹਰਾ ਭਰਾ ਨਜ਼ਰ ਆਉਂਦਾ ਹੈ। ਅਸਲ ਵਿੱਚ ਅੱਜ ਤੋਂ ਲਗਭਗ 450 ਸਾਲ ਪਹਿਲਾਂ ਦੀ ਗੱਲ ਕਰੀਏ ਜਾਂ 400 ਸਾਲ ਕਹੀਏ, 4 ਸਦੀਆਂ ਪਹਿਲਾਂ ਇਸ ਬੂਟੇ ਨੂੰ ਕਿਸੇ ਸਿੱਖ ਦਾ ਚਰਨ ਛੂਹ ਗਿਆ ਸੀ। ਉਹ ਸੀ ਗੁਰੂ ਬਣਨ ਤੋਂ ਪਹਿਲਾਂ ਬਾਬਾ ਅਮਰਦਾਸ ਜੀ। ਉਸ ਗੱਡੇ ਹੋਏ ਕੀਲੇ ਨੂੰ ਠੋਕਰ ਖਾ ਕੇ ਡਿੱਗੇ ਸੀ। ਬਸ ਇੱਕ ਸਿੱਖ ਦਾ ਚਰਨ ਛੂਹਿਆ, ਉਸ ਨੇ ਆਪਣਾ ਇੰਨਾ ਪ੍ਰਭਾਵ ਕਬੂਲ ਕੀਤਾ ਗੁਰੂ ਕੇ ਸਿੱਖ ਦੀ ਚਰਨ ਛੂਹ ਦਾ, ਤੇ ਉਸੇ ਵਕਤ ਸਮਾਂ ਪਾ ਕੇ ਨਾਲ ਦੀ ਨਾਲ ਉਹਨੂੰ ਕਰੂੰਬਲਾਂ ਫੁੱਟੀਆਂ। ਅੱਜ ਹਰੇ ਭਰੇ ਰੁੱਖ ਦਾ ਰੂਪ ਉਹ ਧਾਰਨ ਕਰ ਗਿਆ। ਗੱਲ ਚੇਤਨਤਾ ਦੀ ਹੈ। ਚੱਲਦੀ ਹੋਈ ਤਾਕਤ ਪੱਥਰ ਤੋਂ ਬਾਅਦ ਬਨਸਪਤੀ ਵਿੱਚ ਆਈ, ਚੇਤਨਤਾ ਵਿੱਚ ਵਾਧਾ ਹੋ ਗਿਆ। ਉਸ ਬਨਸਪਤੀ ਨੂੰ ਕੁਝ ਜੀਵਾਂ ਨੇ ਖਾਧਾ, ਖੁਰਾਕ ਬਣੀ। ਉਹਦੇ ਵਿੱਚੋਂ ਤਾਕਤ ਵਿੱਚੋਂ ਨਵੇਂ ਸਰੀਰ ਹੋਂਦ ਵਿੱਚ ਆਏ ਤੇ ਉਹਨਾਂ ਸਰੀਰਾਂ ਨੂੰ ਜਦੋਂ ਅਸੀਂ ਤੱਕਿਆ, ਉਹਨਾਂ ਦੀ ਚੇਤਨਤਾ ਵਿੱਚ ਹੋਰ ਵਾਧਾ ਵੇਖਿਆ ਗਿਆ। ਰੁੱਖ ਨੇ ਗਰਮੀ ਤੇ ਮਹਿਸੂਸ ਕੀਤੀ, ਪਰ ਉਹਦੇ ਵਿੱਚ ਇਸ ਤਾਕਤ ਨਹੀਂ ਸੀ, ਸਮਰੱਥਾ ਨਹੀਂ ਸੀ ਕਿ ਗਰਮੀ ਤੋਂ ਬਚਣ ਵਾਸਤੇ ਕਿਸੇ ਸੂਰਜ ਦੀ ਪਹੁੰਚ ਤੋਂ ਓਹਲੇ ਹੋ ਸਕਦਾ, ਤੁਰ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦਾ। ਉਹਨੂੰ ਸਰਦੀ ਤੇ ਲੱਗ ਰਹੀ ਹੈ, ਪਰ ਸਰਦੀ ਤੋਂ ਬਚਣ ਵਾਸਤੇ ਕੋਈ ਉਪਾਅ ਕਰ ਸਕਣਾ ਇਹ ਰੁੱਖ ਦੇ ਵੱਸ ਨਹੀਂ। ਅਜੇ ਉਹਦੀ ਚੇਤਨਤਾ ਇੱਥੇ ਨਹੀਂ ਪਹੁੰਚੀ। ਪਰ ਜਦੋਂ ਪਸ਼ੂ ਦੇ ਰੂਪ ਵਿੱਚ, ਜਾਨਵਰ ਦੇ ਰੂਪ ਵਿੱਚ ਉਸ ਤਾਕਤ ਨੂੰ ਵੇਖਿਆ ਗਿਆ ਨਾ, ਉਹਦੀ ਚੇਤਨਤਾ ਇੱਥੋਂ ਤੱਕ ਪਹੁੰਚ ਗਈ। ਉਹਨੂੰ ਠੰਡ ਲੱਗੀ, ਉਹਨੇ ਠੰਡ ਤੋਂ ਬਚਣ ਵਾਸਤੇ ਭਾਵੇਂ ਕਿਸੇ ਰੁੱਖ ਦੀ ਓਟ ਤੱਕੀ, ਭਾਵੇਂ ਕਿਸੇ ਪਹਾੜ ਦੀ ਗੁਫਾ ਵਿੱਚ ਉਹ ਪ੍ਰਵੇਸ਼ ਕਰ ਗਿਆ। ਜਿੱਥੇ ਵੀ ਉਹਨੂੰ ਕੋਈ ਢਾਰਸ ਮਿਲੀ, ਆਸਰਾ ਮਿਲਿਆ, ਉਹ ਠੰਡ ਤੋਂ ਬਚਣ ਵਾਸਤੇ ਉੱਥੇ ਪਹੁੰਚ ਗਿਆ। ਪਿਆਸ ਲੱਗੀ, ਚੱਲ ਕੇ ਪਾਣੀ ਤੱਕ ਪਹੁੰਚ ਗਿਆ। ਇਹਦੀ ਸੋਝੀ ਵਿੱਚ ਵਾਧਾ ਹੁੰਦਾ ਗਿਆ। ਇੱਥੋਂ ਤੱਕ ਕੁਝ ਪਸ਼ੂਆਂ ਵਿੱਚ, ਜਾਨਵਰਾਂ ਵਿੱਚ ਸੋਝੀ ਵੇਖੀ ਜਾਂਦੀ ਹੈ। ਕਈ ਵਾਰੀ ਉਹ ਅੱਜ ਦੇ ਵੇਖਣ ਵਾਲੇ ਮਨੁੱਖਾਂ ਦੀ ਸੋਝੀ ਨੂੰ ਮਾਤ ਪਾ ਜਾਂਦੀ ਹੈ। ਹੁਣ ਇੱਕ ਪਾਸਾ ਇਹ ਹੈ ਕਿ ਸਰੀਰ ਦਾ ਵਿਕਾਸ ਵੀ ਜਾਰੀ ਹੈ, ਦੂਜੇ ਪਾਸੇ ਚੇਤਨਤਾ ਦਾ ਵਿਕਾਸ ਵੀ ਜਾਰੀ ਹੈ। ਪਰ ਕਈ ਵਾਰੀ ਕੀ ਹੁੰਦਾ ਹੈ, ਚੇਤਨਤਾ ਰੁਕ ਜਾਂਦੀ ਹੈ, ਸਰੀਰ ਦਾ ਵਿਕਾਸ ਚੱਲਦਾ ਰਹਿੰਦਾ ਹੈ। ਸਰੀਰ ਤਬਦੀਲ ਹੋ ਜਾਂਦਾ, ਪਰ ਚੇਤਨਤਾ ਤਬਦੀਲ ਨਹੀਂ ਹੁੰਦੀ। ਕਈ ਵਾਰੀ ਇਸ ਤੋਂ ਉਲਟਾ ਹੁੰਦਾ, ਚੇਤਨਤਾ ਤਬਦੀਲ ਹੋ ਜਾਂਦੀ ਹੈ, ਪਰ ਸਰੀਰ ਦੀ ਅਜੇ ਤਬਦੀਲੀ ਪਿੱਛੇ ਹੁੰਦੀ ਹੈ। ਜਾਂ ਇਹ ਕਹੀਏ ਕਿ ਕਈ ਵਾਰੀ ਇਸ ਸਫ਼ਰ ਵਿੱਚ ਚੇਤਨਤਾ ਅੱਗੇ ਲੰਘ ਜਾਂਦੀ ਹੈ ਤੇ ਸਰੀਰ ਪਿੱਛੇ ਰਹਿ ਜਾਂਦਾ ਹੈ। ਕਈ ਵਾਰੀ ਸਰੀਰ ਅੱਗੇ ਲੰਘ ਜਾਂਦਾ ਹੈ ਤੇ ਚੇਤਨਤਾ ਪਿੱਛੇ ਰਹਿ ਜਾਂਦੀ ਹੈ। ਕਿਵੇਂ? ਕੁਝ ਐਸੀਆਂ ਰੂਹਾਂ, ਐਸੇ ਸਰੂਪ ਜਿਨ੍ਹਾਂ ਦੀ ਚੇਤਨਤਾ ਇੰਨੀ ਅੱਗੇ ਲੰਘ ਗਈ, ਅਜੇ ਸਰੀਰ ਉਹਨਾਂ ਦੇ ਜਾਨਵਰਾਂ ਵਾਲੇ ਸੀ, ਪਸ਼ੂਆਂ ਵਾਲੇ ਸੀ। ਅੱਜ ਵੀ ਕਈ ਪਸ਼ੂ ਅਸੀਂ ਵੇਖਦੇ ਹਾਂ। ਪਸ਼ੂ ਰੱਖਣਾ ਤਾਂ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਨਾ। ਗਊ ਵਰਗੇ ਪਸ਼ੂਆਂ ਦੀ ਸਿਆਣਪ ਮੰਨੀ ਜਾਂਦੀ ਹੈ। ਘੋੜੇ ਦੀ ਸਿਆਣਪ ਆਪਣੀ ਥਾਂ ਤੇ ਬੜੀ ਅਹਿਮੀਅਤ ਰੱਖਦੀ ਹੈ। ਘੋੜੇ ਦੀ ਚੇਤਨਤਾ ਇੰਨਾ ਗਿਆਨ ਰੱਖਦੀ ਹੈ, ਸਰੀਰ ਅਜੇ ਘੋੜੇ ਦਾ ਹੈ, ਪਰ ਵਫਾਦਾਰੀ ਉਹਦੇ ਵਿੱਚ ਮਨੁੱਖ ਨੂੰ ਮਾਤ ਪਾ ਰਹੀ ਹੈ। ਹਾਥੀ ਦੀ ਚੇਤਨਤਾ ਕਈ ਵਾਰੀ ਇੱਥੋਂ ਤੱਕ ਪਹੁੰਚ ਜਾਂਦੀ ਹੈ। ਕਈ ਵਾਰੀ ਕਿਸੇ ਪੰਛੀ ਦੀ ਚੇਤਨਤਾ ਬੁਲੰਦੀਆਂ ਨੂੰ ਛੋਹ ਜਾਂਦੀ ਹੈ।
ਜ਼ਿਕਰ ਪੜਨ ਨੂੰ ਮਿਲਦਾ ਹੈ, ਤੁਸੀਂ ਵੀ ਕਈ ਵਾਰੀ ਸੁਣਿਆ ਕਿ ਕਬੂਤਰ ਵਿੱਚ ਇੰਨੀ ਚੇਤਨਤਾ ਹੈ। ਪੁਰਾਤਨ ਸਮੇਂ ਡਾਕ ਵਿਭਾਗ ਜਾਣੀ ਕਿ ਚਿੱਠੀਆਂ ਪਹੁੰਚਾਉਣ ਦਾ ਕੰਮ ਕਬੂਤਰ ਕਰਿਆ ਕਰਦੇ ਸੀ, ਕਿਉਂਕਿ ਚੇਤਨਤਾ ਕਬੂਤਰ ਦੀ ਇੱਥੇ ਪਹੁੰਚ ਗਈ ਹੈ। ਉਹ ਇਸ਼ਾਰੇ ਨੂੰ ਸਮਝਦਾ, ਗੱਲ ਨੂੰ ਸਮਝਦਾ, ਟਿਕਾਣੇ ਤੇ ਪਹੁੰਚਦਾ। ਅੱਜ ਵੀ ਤੁਸੀਂ ਕਈ ਕਬੂਤਰਬਾਜ਼ ਵੇਖੇ ਹੋਣੇ ਨੇ, ਉਹ ਉਡਾਰੀਆਂ ਲਵਾਉਂਦੇ ਨੇ ਤੇ ਉਡਾਰੀ ਤੋਂ ਬਾਅਦ ਕਬੂਤਰ ਆਪਣੇ ਟਿਕਾਣੇ ਤੇ ਆਪਣੇ ਆਪ ਆਉਂਦਾ, ਦੂਰ ਦੂਰ ਦੇ ਫਾਸਲੇ ਤੈਅ ਕਰਕੇ ਵੀ ਆਉਂਦਾ ਹੈ। ਹਾਥੀ ਦੀ ਚੇਤਨਤਾ ਨੂੰ ਤੱਕੀਏ, ਇੱਥੋਂ ਤੱਕ ਕਿ ਇਤਿਹਾਸ ਵਿੱਚ ਕੁਝ ਹਾਥੀਆਂ ਦਾ ਜ਼ਿਕਰ ਸਾਨੂੰ ਮਿਲਦਾ ਹੈ। ਪੋਰਸ ਦੇ ਹਾਥੀ ਬਾਰੇ ਹਿਸਟਰੀ ਦੇ ਸਟੂਡੈਂਟਾਂ ਨੇ ਪੜ੍ਹਿਆ ਹੋਵੇਗਾ ਕਿ ਜਿਸ ਵੇਲੇ ਪੋਰਸ ਜ਼ਖਮੀ ਹੋ ਕੇ ਸਿਕੰਦਰ ਦੇ ਨਾਲ ਲੜਦਿਆਂ ਮੈਦਾਨੇ ਜੰਗ ਵਿੱਚ ਧਰਤੀ ਤੇ ਡਿੱਗਿਆ, ਉਹਦੇ ਹਾਥੀ ਨੇ ਆਪਣੇ ਮਾਲਕ ਨੂੰ ਜ਼ਮੀਨ ਤੇ ਡਿੱਗਿਆ ਵੇਖਿਆ। ਭਿਆਨਕ ਯੁੱਧ ਹੈ, ਚਾਰੇ ਪਾਸੇ ਤੀਰਾਂ ਦੀ ਵਰਖਾ ਹੈ, ਤੇ ਆਪਣੇ ਮਾਲਕ ਨੂੰ ਬਚਾਉਣ ਵਾਸਤੇ ਉਸ ਹਾਥੀ ਨੇ ਪੋਰਸ ਦੇ ਚਾਰੇ ਤਰਫ ਚੌੜੇ ਕਰਕੇ ਦੂਰ ਤੱਕ ਫੈਲਾ ਕੇ ਆਪਣੇ ਪੈਰ ਟਿਕਾ ਲਏ। ਔਰ ਘੰਟਿਆਂ ਬੱਧੀ ਦੁਸ਼ਮਣ ਦਾ ਮੁਕਾਬਲਾ ਉਸ ਹਾਥੀ ਨੇ ਕੀਤਾ ਤੇ ਪੋਰਸ ਤੱਕ ਲੰਮੇ ਸਮੇਂ ਤੱਕ ਕਿਸੇ ਦੁਸ਼ਮਣ ਨੂੰ ਨੇੜੇ ਨਹੀਂ ਸੀ ਟੁਕਣ ਦਿੱਤਾ। ਸਰੀਰ ਅਜੇ ਹਾਥੀ ਵਾਲਾ ਸੀ, ਚੇਤਨਤਾ ਪਾਸ ਹੋ ਗਈ, ਅੱਗੇ ਲੰਘ ਗਈ ਤੇ ਚੇਤਨਤਾ ਉਹਦੀ ਸ਼ਾਇਦ ਮਨੁੱਖਾ ਜੂਨੀ ਦੇ ਨੇੜੇ ਪਹੁੰਚ ਗਈ ਹੈ। ਮੇਰੇ ਕਿਰਪਾਲੂ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇੱਕ ਹਾਥੀ ਦਾ ਜ਼ਿਕਰ ਤੁਸੀਂ ਕਈ ਵਾਰੀ ਸੁਣਿਆ ਹੋਣਾ, ਜਿਹਨੂੰ ਪ੍ਰਸਾਦੀ ਹਾਥੀ ਕਿਹਾ ਗਿਆ ਹੈ। ਅਸਾਮ ਦੇ ਰਾਜਾ ਰਤਨ ਰਾਏ ਨੇ ਜੋ ਸ਼ਰਧਾ ਨਾਲ ਭੇਟ ਕੀਤਾ ਸੀ, ਇਸ ਹਾਥੀ ਨੂੰ ਮੇਰੇ ਸਤਿਗੁਰੂ ਦੀ ਸੇਵਾ ਕਰਦਿਆਂ ਇੰਨੀ ਚੇਤਨਤਾ, ਇੰਨੀ ਸਿਆਣਪ ਮਿਲ ਗਈ ਸੀ, ਸੋਝੀ ਆ ਗਈ ਸੀ ਤੇ ਕਈ ਵਾਰੀ ਇਹਨੇ ਆਪਣੀ ਸੁੰਡ ਵਿੱਚ ਜਲ ਭਰ ਕੇ ਸਤਿਗੁਰੂ ਸਾਹਿਬ ਦੇ ਚਰਨਾਂ ਤੇ ਪਾਉਣਾ, ਚਰਨ ਧੋਣ ਦੀ ਸੇਵਾ ਕਰਨੀ। ਕਈ ਵਾਰੀ ਜਦੋਂ ਖੁੱਲੇ ਮੈਦਾਨ ਵਿੱਚ, ਖੁੱਲੀ ਥਾਂ ਤੇ ਕਿਤੇ ਦਰਬਾਰ ਸਜਣਾ, ਇਸ ਹਾਥੀ ਨੇ ਆਪਣੀ ਸੁੰਡ ਵਿੱਚ ਪਾਤਸ਼ਾਹ ਦਾ ਚੌਰ ਪਕੜ ਕੇ ਪਾਤਸ਼ਾਹ ਦੇ ਸੀਸ ਤੇ ਚਲਾਉਣਾ ਸ਼ੁਰੂ ਕਰ ਦੇਣਾ। ਆਖੋ ਸਤਨਾਮ। ਸਰੀਰ ਅਜੇ ਹਾਥੀ ਵਾਲਾ ਹੈ, ਚੇਤਨਤਾ, ਗਿਆਨ, ਸੋਝੀ ਇੰਨਾ ਵਿਕਾਸ ਕਰ ਗਿਆ ਕਿ ਉਹ ਮਨੁੱਖ ਦੀ ਸੋਝੀ ਨੂੰ ਵੀ ਮਾਤ ਪਾ ਰਿਹਾ ਹੈ। ਇੱਕ ਘੋੜੇ ਦਾ ਜ਼ਿਕਰ ਤੁਸੀਂ ਇਤਿਹਾਸ ਵਿੱਚ ਸੁਣਿਆ, ਵੈਸੇ ਤੇ ਬਹੁਤ ਘੋੜਿਆਂ ਦਾ ਜ਼ਿਕਰ ਹੈ। ਜਿਸ ਘੋੜੇ ਦੇ ਉੱਤੇ ਮੇਰੇ ਸਤਿਗੁਰੂ ਸਾਹਿਬ ਨੇ ਅਸਬਾਰੀ ਕੀਤੀ, ਉਸ ਘੋੜੇ ਨੂੰ ਇੰਨਾ ਕੁ ਗਿਆਨ ਹੋ ਗਿਆ ਕਿ ਚਲਦਿਆਂ ਚਲਦਿਆਂ ਮਾਲਵੇ ਦੀ ਧਰਤੀ ਵਿੱਚ ਸਾਹਮਣੇ ਇੱਕ ਤੰਬਾਕੂ ਦਾ ਖੇਤ ਆਇਆ ਤੇ ਘੋੜੇ ਨੇ ਆਪਣੇ ਕਦਮ ਰੋਕ ਲਏ। ਔਰ ਕਿਉਂ ਰੋਕੇ? ਉਸ ਘੋੜੇ ਨੂੰ ਇੰਨਾ ਗਿਆਨ ਹੋ ਚੁੱਕਿਆ ਸੀ, ਇੰਨਾ ਉਹ ਚੇਤਨ ਹੋ ਚੁੱਕਿਆ ਸੀ, ਉਹਨੂੰ ਪਤਾ ਲੱਗਿਆ ਕਿ ਆਹ ਜਿਹੜੀ ਬੂਟੀ ਹੈ ਸਾਹਮਣੇ, ਤੰਬਾਕੂ ਦਾ ਬੂਟਾ ਖੜਾ ਹੈ, ਇਹਨੂੰ ਖਾਣਾ ਤੇ ਬੜੀ ਦੂਰ ਦੀ ਗੱਲ ਹੈ, ਅਗਰ ਇਹਨੂੰ ਸਰੀਰ ਛੋਹ ਵੀ ਜਾਵੇ ਨਾ, ਇਹ ਬੜਾ ਘਾਤਕ ਹੈ, ਨੁਕਸਾਨਦਾਇਕ ਹੈ। ਅੱਜ ਕਈ ਵਾਰੀ ਆਪਾਂ ਗੁਰਮੁਖੋਂ ਵੇਖਦੇ ਹਾਂ ਕਿ ਜਿਸ ਘੋੜੇ ਨੂੰ ਇੰਨਾ ਗਿਆਨ ਹੋਇਆ, ਉਹਨੇ ਤੰਬਾਕੂ ਦੀ ਬੂਟੀ ਨੂੰ ਛੂਹਣਾ ਵੀ ਮੁਨਾਸਬ ਨਾ ਸਮਝਿਆ, ਉਹਦੇ ਤੇ ਪੈਰ ਧੜ ਕੇ ਲਿਤਾੜਨਾ ਵੀ ਮੁਨਾਸਬ ਨਾ ਸਮਝਿਆ। ਅੱਜ ਉਸ ਭਿਆਨਕ ਬੂਟੀ ਨੂੰ ਸਾਡੇ ਲੋਕ ਬੜੇ ਪਿਆਰ ਨਾਲ ਮੂੰਹ ਦੇ ਵਿੱਚ ਪਾ ਲੈਂਦੇ ਨੇ, ਕਿਉਂਕਿ ਚੇਤਨਤਾ ਅਜੇ ਬਹੁਤ ਪਿੱਛੇ ਰਹਿ ਗਈ ਹੈ। ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ। ਸਰੀਰ ਅਜੇ ਘੋੜੇ ਵਾਲਾ ਹੈ, ਚੇਤਨਤਾ ਦਾ ਇੰਨਾ ਵਿਕਾਸ ਹੋ ਗਿਆ ਕਿ ਉਹ ਆਤਮ ਗਿਆਨ ਤੱਕ ਪਹੁੰਚ ਰਹੀ ਹੈ। ਸਫ਼ਰ ਸ਼ੁਰੂ ਹੋਇਆ ਸੀ ਪੱਥਰ ਤੋਂ। ਇੱਕ ਪਾਸੇ ਸਰੀਰ ਦਾ ਸਫ਼ਰ ਹੈ, ਇੱਕ ਪਾਸੇ ਚੇਤਨਤਾ ਦਾ, ਸੋਝੀ ਦਾ, ਗਿਆਨ ਦਾ ਸਫ਼ਰ ਹੈ। ਕਈ ਵਾਰੀ ਸਰੀਰ ਅੱਗੇ ਲੰਘ ਜਾਂਦਾ, ਚੇਤਨਤਾ ਪਿੱਛੇ ਰਹਿ ਜਾਂਦੀ ਹੈ। ਕਈ ਵਾਰੀ ਚੇਤਨਤਾ ਅੱਗੇ ਲੰਘ ਜਾਂਦੀ ਹੈ ਤੇ ਸਰੀਰ ਪਿੱਛੇ ਰਹਿ ਜਾਂਦਾ ਹੈ। ਚਲਦਿਆਂ ਚਲਦਿਆਂ ਮਨੁੱਖਾ ਸਰੀਰ ਦੀ ਵਾਰੀ ਆਈ। ਕੁਝ ਐਸੇ ਵੇਖੇ ਗਏ ਜਿਨ੍ਹਾਂ ਨੂੰ ਸਰੀਰ ਮਨੁੱਖ ਦਾ ਮਿਲ ਗਿਆ, ਪਰ ਚੇਤਨਤਾ ਅਜੇ ਮਨੁੱਖ ਵਾਲੀ ਨਹੀਂ ਮਿਲੀ, ਚੇਤਨਤਾ ਪਿੱਛੇ ਰਹਿ ਗਈ। ਕਈ ਵਾਰੀ ਸਰੀਰ ਮਨੁੱਖ ਦਾ ਹੈ, ਪਰ ਚੇਤਨਤਾ ਅਜੇ ਪਸ਼ੂ ਵਾਲੀ ਹੈ। ਪਸ਼ੂ ਦੇ ਲੱਛਣ ਵਿਦਵਾਨ ਲੋਕਾਂ ਨੇ ਜੋ ਕਥਨ ਕੀਤੇ ਨੇ, ਤੁਸੀਂ ਸ਼ਾਇਦ ਕਈ ਵਾਰੀ ਸੁਣੇ ਹੋਣੇ ਨੇ ਕਿ ਪਸ਼ੂ ਖਾਂਦਾ ਹੈ, ਵਿਸ਼ਟਾ ਕਰ ਦਿੰਦਾ ਹੈ, ਪਸ਼ੂ ਸੌਂਦਾ ਹੈ, ਪਸ਼ੂ ਬੱਚੇ ਦੀ ਪੈਦਾਇਸ਼ ਕਰਦਾ ਹੈ, ਵਿਸ਼ਾ ਭੋਗਦਾ, ਪ੍ਰਤਪਾਲਣਾ ਕਰਦਾ, ਤਕੜੇ ਤੋਂ ਡਰਦਾ, ਮਾੜੇ ਨੂੰ ਡਰਾਉਂਦਾ। ਇਹੋ ਜਿਹਾ ਸੁਭਾਅ ਹੈ ਨਾ ਪਸ਼ੂ ਦਾ।
ਤੇ ਕੁਝ ਮਨੁੱਖਾ ਸਰੀਰ ਵਿੱਚ ਆਪਾਂ ਲੋਕਾਂ ਨੂੰ ਵੇਖਦੇ ਹਾਂ, ਆਪਾਂ ਉਹਨਾਂ ਵਿੱਚ ਸ਼ਾਮਲ ਵੀ ਹੋ ਸਕਦੇ ਹਾਂ। ਬਸ ਇੱਥੋਂ ਤੱਕ ਜ਼ਿੰਦਗੀ ਸੀਮਤ ਹੋ ਗਈ ਹੈ। ਖਾਣਾ ਪੀਣਾ, ਵਿਸ਼ੇ ਰਸ ਭੋਗਣੇ। ਬੱਚਿਆਂ ਨੂੰ ਜ਼ਿੰਦਗੀ ਵਿੱਚ ਕਹਿ ਦਿੱਤਾ ਜੀ ਸੈਟਲ ਕਰਨਾ ਹੀ ਮੇਰੀ ਜ਼ਿੰਦਗੀ ਦਾ ਲਕਸ਼ ਹੈ, ਮਨੋਰਥ ਹੈ, ਨਿਸ਼ਾਨਾ ਹੈ। ਵੱਡਿਆਂ ਨੂੰ ਸਲਾਮਾਂ ਕਰਨੀਆਂ ਤੇ ਗਰੀਬ ਨੂੰ ਡਰਾਉਣ ਦੀ ਕੋਸ਼ਿਸ਼ ਕਰਨੀ, ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਨੀ, ਇਹ ਜਿਹੜੀ ਪ੍ਰਵਿਰਤੀ ਹੈ ਅਸਲ ਵਿੱਚ ਇਹ ਪਸ਼ੂ ਦੀ ਪ੍ਰਵਿਰਤੀ ਹੈ। ਸਰੀਰ ਮਨੁੱਖ ਵਾਲਾ ਮਿਲਿਆ ਪਰ ਚੇਤਨਤਾ ਅਜੇ ਪਿੱਛੇ ਰਹਿ ਗਈ ਹੈ, ਪਸ਼ੂ ਵਾਲੀ ਰਹਿ ਗਈ ਹੈ। ਖਿਮਾ ਕਰਨਾ, ਇਸੇ ਗੱਲ ਨੂੰ ਮੇਰੇ ਪਾਤਸ਼ਾਹ ਨੇ ਆਖਿਆ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ। ਚਾਹੀਦਾ ਤੇ ਇਹ ਸੀ ਕਿ ਜਦੋਂ ਮਨੁੱਖਾ ਸਰੀਰ ਮਿਲਿਆ ਉਸੇ ਵਕਤ ਮਨੁੱਖ ਹੋਣ ਦਾ ਅਹਿਸਾਸ ਹੋ ਜਾਂਦਾ, ਚੇਤਨਤਾ ਇੰਨੀ ਤਰੱਕੀ ਕਰ ਜਾਂਦੀ ਕਿ ਆਪਣੇ ਆਪ ਸਮਝ ਪੈਣੀ ਚਾਹੀਦੀ ਸੀ ਕਿ ਮੈਂ ਮਨੁੱਖ ਹਾਂ ਤੇ ਮਨੁੱਖ ਦੇ ਕੀ ਫਰਜ਼ ਨੇ। ਪਰ ਕੁਝ ਕਿਤੇ ਕਿਰਪਾ ਹੋਈ ਹੈ, ਉਹਨਾਂ ਨੂੰ ਸਮਝ ਪਈ ਹੈ, ਉਹਨਾਂ ਨੂੰ ਸੋਝੀ ਆਈ ਹੈ। ਉਹ ਸੋਝੀ ਕੀ ਸੀ? ਉਹ ਸੋਝੀ ਸੀ ਕਿ ਮਨੁੱਖਾ ਦੇਹੀ ਵਿੱਚ ਮੇਰੇ ਕੀ ਫਰਜ਼ ਨੇ। ਗੁਰਬਾਣੀ ਦੇ ਵਿੱਚ ਮਨੁੱਖ ਦੇ ਫਰਜ਼ਾਂ ਬਾਰੇ, ਮਨੁੱਖ ਦੀ ਜ਼ਿੰਦਗੀ ਦੇ ਲਕਸ਼ ਬਾਰੇ ਵਿਸਥਾਰ ਮਿਲਦਾ ਹੈ। ਪਰ ਮੈਂ ਇੱਕ ਪੰਕਤੀ ਆਪ ਦੇ ਸਨਮੁਖ ਰੱਖਦੇ ਹਾਂ, ਕਹਿੰਦੇ ਬੰਦੇ ਸੇ ਜੇ ਪਬ ਹੈ ਵਿੱਚ ਬੰਦੀ। ਮਨੁੱਖ, ਬੰਦਾ, ਇਨਸਾਨ ਉਹਨੂੰ ਕਿਹਾ ਜਾ ਸਕਦਾ ਹੈ ਜਿਹੜਾ ਬੰਦੀ ਵਿੱਚ ਪੈ ਜਾਵੇ। ਬੰਦੀ ਦਾ ਅਰਥ ਕੈਦ ਹੁੰਦਾ ਹੈ, ਬੰਦੀ ਦਾ ਅਰਥ ਬੰਧਨ ਹੁੰਦਾ ਹੈ। ਕਹਿੰਦੇ ਬੰਦੇ ਸੇ ਜੇ ਪਬ ਹੈ ਵਿੱਚ ਬੰਦੀ, ਮਨੁੱਖ ਉਹਨੂੰ ਕਿਹਾ ਜਾ ਸਕਦਾ ਹੈ ਜੋ ਬੰਦੀ ਵਿੱਚ ਪੈ ਜਾਵੇ, ਕਿਸੇ ਬੰਧਨ ਵਿੱਚ ਆਵੇ, ਨਿਜ਼ਮ ਵਿੱਚ ਆਵੇ, ਮਰਜ਼ਾਦਾ ਵਿੱਚ ਆਵੇ। ਅਰ ਕਿਸ ਵਾਸਤੇ ਆਵੇ? ਵੇਖਣ ਕੋ ਦੀਦਾਰ, ਇੱਕ ਵਾਹਿਗੁਰੂ ਦੇ ਦੀਦਾਰ ਦਰਸ਼ਨ ਦੀ ਤੜਪ ਨੂੰ ਲੈ ਕੇ ਇੱਕ ਮਰਜ਼ਾਦਾ ਵਿੱਚ, ਗੁਰੂ ਹੁਕਮ ਵਿੱਚ ਆ ਜਾਵੇ, ਉਹਨੂੰ ਬੰਦਾ ਕਿਹਾ ਜਾ ਸਕਦਾ ਹੈ। ਇਨਸਾਨ ਕਹਿਣ ਵਿੱਚ ਆਪਾਂ ਸਾਰੇ ਹੀ ਹਾਂ, ਪਰ ਜ਼ਰੂਰੀ ਨਹੀਂ ਕਿ ਅਸੀਂ ਇਸ ਸਰੀਰ ਵਿੱਚ ਹੁੰਦਿਆਂ ਸਾਰੇ ਬੰਦੇ ਹੋਈਏ, ਜਾਣੀ ਕਿ ਉਸ ਅਵਸਥਾ ਵਿੱਚ ਪਹੁੰਚੇ ਹੋਈਏ। ਬੰਦੇ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਉਹ ਕੇਵਲ ਗੁਰੂ ਪਿਆਰ ਵਿੱਚ ਆ ਕੇ ਗੁਰੂ ਦਾ ਹੁਕਮ ਮੰਨਦਾ ਹੈ। ਕਿਸੇ ਮਕਸਦ ਨੂੰ ਲੈ ਕੇ, ਲੋਭ ਲਾਲਚ ਨੂੰ ਲੈ ਕੇ, ਸਵਾਰਥ ਨੂੰ ਲੈ ਕੇ ਉਹ ਹੁਕਮ ਨਹੀਂ ਮੰਨ ਰਿਹਾ ਹੁੰਦਾ। ਜਿਵੇਂ ਇੱਕ ਨੌਕਰ ਹੈ, ਇੱਕ ਗੁਲਾਮ ਹੈ। ਨੌਕਰ ਮਾਲਕ ਦਾ ਹੁਕਮ ਮੰਨਦਾ ਜ਼ਰੂਰ ਹੈ, ਪਰ ਇੱਕ ਸਵਾਰਥ ਹੈ ਕਿਉਂਕਿ ਮਹੀਨੇ ਬਾਅਦ ਤਨਖਾਹ ਮਿਲ ਜਾਣੀ ਹੈ। ਪਰ ਗੁਲਾਮ ਦੇ ਅੰਦਰ ਕੋਈ ਸਵਾਰਥ ਨਹੀਂ। ਗੁਲਾਮ ਆਪਣੇ ਮਾਲਕ ਦੇ ਹੁਕਮ ਵਿੱਚ ਹੈ, ਬਸ ਕੇਵਲ ਹੁਕਮ ਮੰਨਣਾ ਉਹਦੀ ਜ਼ਿੰਦਗੀ ਹੈ। ਉਹਦੇ ਪਿੱਛੇ ਸਵਾਰਥ ਕੋਈ ਨਹੀਂ ਕਿ ਮੈਨੂੰ ਕੋਈ ਤਨਖਾਹ ਮਿਲਣੀ ਹੈ। ਬੰਦੇ ਦੀ ਇਹ ਨਿਸ਼ਾਨੀ ਹੈ ਕਿ ਉਹ ਵੇਖਣ ਕੋ ਦੀਦਾਰ ਦੀ ਭਾਵਨਾ ਨੂੰ ਲੈ ਕੇ ਪਬ ਹੈ ਵਿੱਚ ਬੰਦੀ, ਜਦੋਂ ਉਹ ਹੁਕਮ ਰੂਪੀ ਬੰਦੀ ਵਿੱਚ, ਕੈਦ ਵਿੱਚ ਆਉਂਦਾ ਹੈ, ਰਹਿਤ ਮਰਜ਼ਾਦਾ ਵਿੱਚ ਆਉਂਦਾ ਹੈ, ਬੰਦੇ ਸੇ ਉਹਨੂੰ ਬੰਦਾ ਕਿਹਾ ਜਾ ਸਕਦਾ ਹੈ। ਹੁਣ ਚੇਤੇ ਕਰੀਏ, ਸ਼ੁਰੂਆਤ ਹੋਈ ਸੀ ਪੱਥਰ ਤੋਂ, ਕਈ ਰੂਪ ਧਾਰਨ ਕੀਤੇ, ਚਲਦਿਆਂ ਚਲਦਿਆਂ ਮਨੁੱਖਾ ਸਰੀਰ ਮਿਲਿਆ। ਮਨੁੱਖਾ ਸਰੀਰ ਮਿਲਿਆ ਤੇ ਕਈਆਂ ਦੀ ਚੇਤਨਤਾ ਬਰਾਬਰ ਆਈ ਤੇ ਬਹੁਤਿਆਂ ਦੀ ਚੇਤਨਤਾ ਪਿੱਛੇ ਰਹਿ ਗਈ ਹੈ। ਇੱਥੇ ਆ ਕੇ ਇੱਕ ਹੋਰ ਤਬਦੀਲੀ ਆਈ। ਉਸ ਤਬਦੀਲੀ ਦਾ ਕੀ ਲੱਛਣ ਸੀ? ਜਿਵੇਂ ਮੈਂ ਪਹਿਲਾਂ ਬੇਨਤੀ ਕਰੀ ਹੈ ਕਿ ਕਈ ਵਾਰੀ ਸਰੀਰ ਪਿੱਛੇ ਰਹਿ ਜਾਂਦਾ ਤੇ ਚੇਤਨਤਾ ਅੱਗੇ ਲੰਘ ਜਾਂਦੀ ਹੈ। ਸਰੀਰ ਅਜੇ ਹਾਥੀ ਵਾਲਾ ਹੈ, ਸਰੀਰ ਅਜੇ ਘੋੜੇ ਵਾਲਾ ਹੈ, ਚੇਤਨਤਾ ਇੱਥੋਂ ਤੱਕ ਪਹੁੰਚ ਗਈ ਹੈ ਕਿ ਮਨੁੱਖ ਵਾਲੇ ਗੁਣ ਉਹਦੇ ਵਿੱਚ ਵੇਖੇ ਜਾ ਸਕਦੇ ਨੇ। ਸਰੀਰ ਅਜੇ ਪੰਛੀ ਵਾਲਾ ਹੈ, ਗੁਣ ਮਨੁੱਖ ਵਾਲੇ ਨੇ। ਸਰੀਰ ਅਜੇ ਤੋਤੇ ਦਾ ਹੈ, ਸ਼ਬਦਾਵਲੀ ਮਨੁੱਖ ਵਾਲੀ ਬੋਲ ਰਿਹਾ ਹੈ। ਚੇਤਨਤਾ ਅੱਗੇ ਹੈ ਤੇ ਇਸ ਸਰੀਰ ਤੱਕ ਆਏ ਮਨੁੱਖਾ ਦੇਹੀ ਮਿਲੀ ਹੈ। ਮਨੁੱਖਾ ਦੇਹੀ ਤੇ ਆ ਕੇ ਉਹਨਾਂ ਦੀ ਚੇਤਨਤਾ ਬੰਦਗੀ ਤੇ ਨਹੀਂ ਰੁਕੀ, ਕੇਵਲ ਵੇਖਣ ਕੋ ਦੀਦਾਰ ਦੇ ਉੱਤੇ ਆ ਕੇ ਨਹੀਂ ਟਿਕੀ, ਇਸ ਤੋਂ ਅੱਗੇ ਲੰਘ ਗਈ ਹੈ। ਚੇਤਨਤਾ ਇੱਥੋਂ ਤੱਕ ਪਹੁੰਚ ਗਈ। ਮੇਰੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ, ਕਹਿੰਦੇ ਕਈ ਵਾਰੀ ਮਨੁੱਖਾ ਸਰੀਰ ਵਿੱਚ ਦੇਵਤੇ ਵਸਿਆ ਕਰਦੇ ਨੇ। ਕਰਮ ਦੇਵਤਾ ਨਾਮ ਕਹਾਵੈ। ਜਦੋਂ ਮਨੁੱਖ ਦੇ ਕਰਮ ਉੱਚੇ ਹੋ ਜਾਣ, ਮਨੁੱਖ ਦਾ ਕਰੈਕਟਰ ਉੱਚਾ ਹੋ ਜਾਵੇ, ਮਨੁੱਖ ਦਾ ਬੋਲ ਚਾਲ, ਰਹਿਣ ਸਹਿਣ ਦਾ ਢੰਗ, ਕਹਿਣੀ ਕਰਨੀ ਦਾ ਢੰਗ ਉੱਚਾ ਹੋ ਜਾਵੇ, ਫਿਰ ਦੁਨੀਆ ਵਾਲੇ ਵੀ ਕਹਿ ਦਿੰਦੇ ਨੇ ਇਹ ਪੁਰਸ਼ ਬੰਦਾ ਨਹੀਂ, ਇਹ ਤੇ ਕੋਈ ਦੇਵਤਾ ਹੈ, ਇਹ ਤੇ ਕੋਈ ਭਗਤ ਹੈ, ਇਹ ਤੇ ਕੋਈ ਉੱਚ ਆਤਮਾ ਹੈ। ਕਿਉਂਕਿ ਸਰੀਰ ਅਜੇ ਮਨੁੱਖ ਵਾਲਾ ਹੀ ਹੈ, ਪਰ ਆਤਮਾ ਬੁਲੰਦੀਆਂ ਛੋ ਰਹੀ ਹੈ। ਚੇਤਨਤਾ ਵਿੱਚ ਇੰਨਾ ਵਿਕਾਸ ਹੋ ਗਿਆ
ਕਿ ਉਹਨੂੰ ਦੁਨੀਆ ਦੇ ਵਿੱਚ ਬਸਦਿਆਂ ਹੀ ਦੁਨੀਆ ਵਾਲਿਆਂ ਨੇ ਦੇਵਤਾ ਕਹਿ ਦਿੱਤਾ ਹੈ। ਤੇ ਕਈਆਂ ਦੀ ਚੇਤਨਤਾ ਇਸ ਤੋਂ ਵੀ ਅੱਗੇ ਲੰਘ ਗਈ ਹੈ। ਚੇਤਨਤਾ ਨੇ ਇੰਨਾ ਵਿਕਾਸ ਕੀਤਾ, ਰੂਹਾਨੀ ਅਨੁਭਵ ਨੇ ਇੰਨਾ ਵਿਕਾਸ ਕੀਤਾ, ਉਹ ਦੇਵਤਾ ਅਵਸਥਾ ਤੇ ਵੀ ਨਹੀਂ ਰੁਕੇ, ਇਸ ਨੂੰ ਵੀ ਮਾਤ ਪਾ ਗਏ, ਇਸ ਤੋਂ ਅੱਗੇ ਲੰਘ ਗਏ। ਉਹ ਕੌਣ ਸਨ? ਇੰਨੇ ਉੱਚੇ ਹੋ ਗਏ ਕਿ ਉਹਨਾਂ ਦੀ ਚੇਤਨਤਾ, ਉਹਨਾਂ ਦੀ ਸੋਝੀ, ਉਹਨਾਂ ਦਾ ਅਨੁਭਵ, ਉਹਨਾਂ ਦਾ ਗਿਆਨ ਵਾਹਿਗੁਰੂ ਦੇ ਗਿਆਨ ਵਿੱਚ ਜਾ ਕੇ ਮਿਲ ਰਿਹਾ ਹੈ। ਉਹਨਾਂ ਦਾ ਅਨੁਭਵ ਪਰਮੇਸ਼ਰ ਦਾ ਅਨੁਭਵ ਬਣ ਗਿਆ। ਤੇ ਉਸ ਅਵਸਥਾ ਨੂੰ ਮੇਰੇ ਸਤਿਗੁਰਾਂ ਨੇ ਆਖਿਆ, ਕਹਿੰਦੇ ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ, ਆਖੋ ਸਤਿਨਾਮ। ਹੁਣ ਸਰੀਰ ਅਜੇ ਮਨੁੱਖ ਵਾਲਾ ਹੈ, ਚੇਤਨਤਾ ਇੰਨੀਆਂ ਬੁਲੰਦੀਆਂ ਛੋ ਗਈ ਹੈ ਕਿ ਉਹਨਾਂ ਦੇ ਅੰਦਰ ਅਵਸਥਾ ਪਰਮਾਤਮਾ ਵਾਲੀ ਹੈ। ਆਪਾਂ ਸ਼ੱਕ ਕਰ ਸਕਦੇ ਹਾਂ ਜੀ ਬੰਦਾ ਕਿਵੇਂ ਰੱਬ ਹੁੰਦਾ ਹੈ? ਵਾਕਈ ਬੰਦਾ ਏਦਾਂ ਰੱਬ ਨਹੀਂ ਹੁੰਦਾ। ਜੇ ਕੋਈ ਅੱਜ ਵਾਂਗ ਜਿਵੇਂ ਪਖੰਡੀ ਦਾਅਵੇ ਕਰ ਰਹੇ ਨੇ ਰੱਬ ਹੋਣ ਦੇ, ਗਿਆਨੀ ਜੀ ਉਹਨੇ ਜ਼ਿਕਰ ਕਰ ਰਹੇ ਸੀ, ਇਸ ਤਰ੍ਹਾਂ ਕੋਈ ਦਾਅਵਾ ਕਰੇ ਵਾਕਈ ਬੰਦਾ, ਫਿਰ ਇਸ ਤਰ੍ਹਾਂ ਰੱਬ ਨਹੀਂ ਹੁੰਦਾ। ਪਰ ਇੱਕ ਅਵਸਥਾ ਹੈ ਜਿਸ ਅਵਸਥਾ ਵਿੱਚ ਜਾ ਕੇ ਵਾਕਈ ਇਹੋ ਹੀ ਬੰਦਾ ਰੱਬ ਵੀ ਬਣ ਜਾਂਦਾ ਹੈ, ਕਿਉਂਕਿ ਅੰਦਰ ਅਨੁਭਵ ਇੰਨਾ ਵਿਕਾਸ ਕਰ ਗਿਆ। ਜੋ ਸੁਭਾਅ, ਜੋ ਲੱਛਣ, ਜੋ ਗੁਣ ਪਰਮਾਤਮਾ ਦੇ ਵਿੱਚ ਮਹਿਸੂਸ ਕੀਤੇ ਗਏ, ਉਹ ਹੀ ਗੁਣ ਉਹਨਾਂ ਪੁਰਸ਼ਾਂ ਵਿੱਚ ਮਹਿਸੂਸ ਕੀਤੇ ਗਏ। ਜੇ ਪਰਮਾਤਮਾ ਦਿਆਲੂ ਹੈ, ਉਹਨਾਂ ਦੀ ਦਿਆਲਤਾ ਵੀ ਬਹੁਤ ਉਚਾਈਆਂ ਤੇ ਚਲੀ ਗਈ ਹੈ। ਜੇ ਪਰਮਾਤਮਾ ਕਿਰਪਾਲੂ ਹੈ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਵੀ ਬਹੁਤ ਉਚਾਈਆਂ ਤੇ ਚਲੀ ਗਈ ਹੈ। ਜੇ ਪਰਮਾਤਮਾ ਪਰਉਪਕਾਰੀ ਹੈ, ਉਹਨਾਂ ਦੇ ਜੀਵਨ ਵਿੱਚ ਵੀ ਪਰਉਪਕਾਰ ਵੇਖਿਆ ਗਿਆ ਹੈ। ਜੇ ਪਰਮਾਤਮਾ ਸਰਬੱਤ ਦਾ ਭਲਾ ਮੰਗਦਾ ਹੈ, ਉਹਨਾਂ ਦੀ ਰਸਨਾ ਤੇ ਵੀ ਭਲਾ ਹੈ, ਹਿਰਦੇ ਵਿੱਚ ਭਲਾ ਹੈ। ਆਪਾਂ ਵੀ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਕਾ ਭਲਾ। ਜੇ ਪਰਮਾਤਮਾ ਦੇ ਅੰਦਰ ਦਾਤਾ ਪੁਣਾ ਹੈ ਕਿ ਉਹ ਦਾਤਾ ਹੈ, ਦੱਦਾ ਦਾਤਾ ਇੱਕ ਹੈ, ਆਪਾਂ ਪੰਕਤੀਆਂ ਪੜ੍ਹਦੇ ਹਾਂ, ਉਹਨਾਂ ਦੀ ਅਵਸਥਾ ਵੀ ਇੱਥੇ ਪਹੁੰਚ ਗਈ, ਦਾਤੇ ਵਾਲੇ ਗੁਣ ਉਹਨਾਂ ਵਿੱਚ ਵੇਖੇ ਗਏ। ਜੇ ਪਰਮਾਤਮਾ ਵਿੱਚ ਸਮਦ੍ਰਿਸ਼ਟੀ ਹੈ, ਉਹਨਾਂ ਵਿੱਚ ਵੀ ਸਮਦ੍ਰਿਸ਼ਟੀ ਵੇਖੀ ਗਈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਖਦੇ ਨੇ, ਕਹਿੰਦੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਭਾਨ। ਦ੍ਰਿਸ਼ਟੀ ਵਿੱਚ ਸਮਾਨਤਾ ਹਵਾ ਵਰਗੀ ਆਈ ਹੈ। ਉਹਨਾਂ ਦੇ ਅੰਦਰ ਪਰਮਾਤਮਾ ਵਾਲਾ ਗੁਣ ਹੈ। ਜੇ ਪਰਮਾਤਮਾ ਧੀਰਜ ਧਾਰੀ ਹੈ ਤੇ ਉਹਨਾਂ ਦਾ ਧੀਰਜ ਵੀ ਇੰਨਾ ਮਹਾਨ ਵੇਖਿਆ ਗਿਆ। ਕਿੰਨਾ ਕੁ ਮਹਾਨ! ਗੁਰਦੇਵ ਕਹਿੰਦੇ ਨੇ, ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਵਸੁਦਾ ਕੋਉ ਖੋਦੈ ਕੋਉ ਚੰਦਨ ਨੇ। ਧਰਤੀ ਵਰਗਾ ਧੀਰਜ, ਇੰਨਾ ਟਕਾ। ਜੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਤੀ ਤਵੀ ਤੇ ਬੈਠ ਕੇ ਧੀਰਜ ਧਾਰੀ ਇੰਨੇ ਟਕਾ ਵਿੱਚ ਨੇ, ਮਾਨੋ ਕੁਝ ਵਰਤ ਹੀ ਨਹੀਂ ਰਿਹਾ ਹੈ। ਤੇ ਉਸ ਮਾਰਗ ਤੇ ਚੱਲਣ ਵਾਲੇ ਉਹਨਾਂ ਦੇ ਸ਼ਿਸ਼, ਉਹਨਾਂ ਦੇ ਅਨੁਯਾਈ, ਉਸ ਮਾਰਗ ਦੇ ਪਾਂਧੀ ਗੁਰੂ ਕੇ ਸਿੱਖ ਆਰੇ ਦੇ ਹੇਠਾਂ ਖੜ ਕੇ ਵੀ ਉਨੇ ਹੀ ਸੰਤੁਸ਼ਟ ਅਤੇ ਸ਼ਾਂਤ ਹਨ। ਬੰਦ ਕਟਵਾਉਂਦਿਆਂ ਵੀ ਉਹਨਾਂ ਦੀ ਇਕਾਗਰਤਾ ਉਸੇ ਤਰ੍ਹਾਂ ਬਣ ਰਹੀ ਹੈ, ਕਿਉਂਕਿ ਅੰਦਰਲਾ ਅਨੁਭਵ ਮਨੁੱਖਾ ਸਰੀਰ ਵਿੱਚ ਹੁੰਦਿਆਂ ਹੋਇਆਂ ਵੀ ਉਚਾਈਆਂ ਤੱਕ ਪਹੁੰਚ ਰਿਹਾ ਹੈ। ਜੇਕਰ ਪਰਮਾਤਮਾ ਦੇ ਅੰਦਰ ਗੁਣ ਕੋਈ ਵੇਖਿਆ ਗਿਆ, ਉਸ ਗੁਣ ਨੂੰ ਜਦੋਂ ਕਿਸੇ ਰੱਬ ਦੇ ਪਿਆਰੇ ਦੇ ਮਨੁੱਖਾ ਸਰੀਰ ਧਾਰੀ ਦੇ ਅੰਦਰ ਵੇਖਿਆ ਗਿਆ, ਫਿਰ ਦੁਨੀਆ ਨੇ ਮਹਿਸੂਸ ਕੀਤਾ ਕਿ ਇਹ ਬ੍ਰਹਮ ਗਿਆਨੀ ਹੈ, ਇਹ ਤੇ ਪਰਮਾਤਮਾ ਦਾ ਰੂਪ ਹੋ ਗਿਆ ਹੈ, ਇਹ ਤੇ ਵਾਹਿਗੁਰੂ ਦਾ ਹੀ ਸਰੂਪ ਧਾਰਨ ਕਰ ਗਿਆ ਹੈ। ਸਫ਼ਰ ਬੜਾ ਲੰਮਾ ਹੈ, ਆਏ ਬੜੀ ਦੂਰੋਂ ਹਾਂ, ਆਏ ਪੱਥਰ ਤੋਂ ਹਾਂ, ਆਏ ਬਨਸਪਤੀ ਤੋਂ ਹਾਂ, ਆਏ ਮਿੱਟੀ ਤੋਂ ਹਾਂ, ਆਏ ਪਸ਼ੂ ਪੰਛੀਆਂ ਤੋਂ ਹਾਂ। ਪਾਤਸ਼ਾਹ ਦਾ ਉਹ ਸ਼ਬਦ ਫਿਰ ਸਾਂਝਾ ਕਰ ਲਈਏ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ, ਗਜ ਕਹਿੰਦੇ ਨੇ ਹਾਥੀ ਨੂੰ, ਮੀਨ ਮੱਛੀ, ਕੁਰੰਗਾ, ਕੁਰੰਗ ਮਿਰਗ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਉੱਡਣ ਵਾਲੇ ਪੰਛੀ, ਸਰਪ ਆ ਰਿਗਣ ਵਾਲੀਆਂ ਜੂਨਾਂ ਹੋਇਓ, ਕਈ ਜਨਮ ਐਵਰ ਘੋੜਾ, ਬ੍ਰਿਖ ਬਨਸਪਤੀ ਜੋਇਓ। ਇਸ ਤਰ੍ਹਾਂ ਵੀ ਤੂੰ ਭੋਗੇ। ਚਲਦਿਆਂ ਚਲਦਿਆਂ ਤੂੰ ਪਹੁੰਚਿਆ ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦਿਓ ਸੁਨਰੀਆ। ਆਏ ਹਾਂ ਇਸ ਦੇਹੀ ਤੱਕ। ਜੇ ਤੇ ਇਸ ਦੇਹੀ ਤੋਂ ਚਲਦਿਆਂ ਚਲਦਿਆਂ ਚੇਤਨਤਾ ਦਾ ਵਿਕਾਸ ਅੱਗੇ ਵਧਣਾ ਸ਼ੁਰੂ ਹੋ ਗਿਆ, ਅੰਦਰਲਾ ਅਨੁਭਵ ਅੱਗੇ ਚਲੇ ਗਿਆ, ਅੰਦਰੋਂ ਅਸੀਂ ਤਰੱਕੀ ਕੀਤੀ, ਬੁਲੰਦੀਆਂ ਨੂੰ ਛੋਇਆ, ਫਿਰ ਤੇ ਇਹ ਸਫ਼ਰ ਪਹੁੰਚ ਜਾਣਾ ਪਰਮਾਤਮਾ ਦੇ ਦੇਸ਼ ਤੱਕ। ਇਸ ਰੂਹ ਨੇ ਪਹੁੰਚ ਜਾਣਾ ਵਾਹਿਗੁਰੂ ਦੇ ਸਰੂਪ ਤੱਕ।
इस ज्योति ने मिल जाना परम ज्योति विच, इस आत्मा ने मिल जाना परम आत्मा दे विच, अंदरले शब्द ने मिल जाना गुर शब्द दे विच। अज आपां दो दिहाड़े सांझे तौर ते मना रहे हैं। एक संत ज्ञानी गुरु नानक सिंह जी खालसा उन्हां दी याद, दूसरा धन श्री गुरु ग्रंथ साहिब महाराज सच्चे पातशाह जी का गुरता गद्दी दिवस। इन्हां दिहाड़ियां नूं समर्पित इह समागम है। बड़ी गल टुकदी है, जिथे सत्कारयोग विद्या उस्ताद संत ज्ञानी गुरु नानक सिंह उन्हां दे जीवन ते इह गल टुक जाती है कि वह चलदियां चलदियां अंदरों उस अवस्था विच पहुँच गए, इन्नियां बुलंदियां विच पहुँच गए ते महसूस किया हर हर जन दुई एक है, बिब विचार कछ ना है। कई बारी दुनिया सोचती है जी रब ते रब दे प्यारे दा भेद की है, क्यों कहा जाता जी ये ब्रह्म ज्ञानी है, क्यों कहा जाता ये संत है, क्यों कहा जाता ये भगत है। पातशाह कहते ये भेदता दा एक लक्षण है। पंक्ति तुसीं रोजाना रहरास विच पढ़ रहे हो। कहते हर हर जन, गुरु गुरु का सिख, रब रब दा प्यारा, दुई एक है ते दो पर एक हन। ओदी निशानी बिब विचार किश नाहे। बिब दा अर्थ हुंदा बिथ, फासला, दूरी। कहंदे परमात्मा नाल नेड़ता दा इह लक्षण है कि रब अते रब दे प्यारे दी विचारधारा विच कोई भी अंतर नहीं है। जो विचार परमात्मा दे ने वो विचार उस रब दे प्यारे दे अंदर प्रगट हो गए। जो विचार गुरु नानक स्वरूप दे विच परमात्मा दे ने ओह ही विचार भगत कबीर दे रूप दे विच हन। जो विचार गुरु अंगद देव गुरु जां वख-वख स्वरूपां दे विच गुरु स्वरूप दे हन ओह ही विचार नामदेव तन्ना तरलोचन जयदेव रेणी पीपा। सो इस प्रकार जिन्ने भी भगतां दे नाम लईए, फरीद जी, सदना जी, ये सारे ही महापुरखां दे विचार भी एक हन। बिब विचार कछ नाहे। इहो ही निशानी है रब ते रब दे प्यारियां दी कि विचारधारा विच कोई भी फासला नहीं है। जदों अंदरों विचार अंदरला अनुभव एक हो गया, फिर शरीर अजे भावें वख चल रहा है पर आत्मा परम आत्मा विच मिल गई है। इसे नूं कहना हुंदा है सूरज किरण मिले जल का जल हुआ राम, ज्योति ज्योत रली संपूर्ण थिया राम। इसे थां ते जाके ये पंक्तियां टुकदियां हन। ज्यों जल मह जल आए खटाना, त्यों ज्योति संग जोत समाना, मिट गए गवन पाए विश्राम, नानक प्रभ कै सद कुर्बान। दूसरी बेनती करके मैं फतेह बुला दिया। गुरु दी की महानता है। हुण सफर चलदियां चलदियां मनुखा देही तक आया है। पहुंचना है प्रीतम के देश परमात्मा दे स्वरूप तक। फिर गुरु का सहयोग की है, गुरु स्वरूप विच मेरे पातशाह की करते हैं ते गुरु शब्द है। अज ते मैं बहुता विस्तार ते नहीं कर सकना। अज ते बार बार ड्रामे पखंड रचे जा रहे ने। गुरु डम दा बोल बाला इस धरती ते करन दियां कोशिशां हो रही ने, और बड़ियां पुरानियां ने, कोई बहुतियां नवीआं भी नहीं हैं। ते शब्द गुरु की गल कुछ गुरमुख स्टेज तो भी करके गए ने। परमात्मा शब्द है, गुरु शब्द है, बाणी गुरु, गुरु है बाणी, गुरु वचन है, वचन गुरु है, सतगुर वचन, वचन है सतगुर। पादर मुक्त जनावै गो। शब्द ही गुरु है, पर गुरु का एक नुकता है, नुस्खा है, गुरु को एक तकनीक है, एक जुगती है। वो की करते ने, पादर मुक्त जनावै गो। मुक्ति का रस्ता, मुक्ति का ढंग समझाना ही गुरु की क्रिया है। शब्द सारियां दे अंदर है, शब्द परमात्मा है, शब्द तो संसार की पैदाइश है। मैं बेनती करा जो ब्रह्मंडे सोई पिंडे है ते बाहर अते अंदर ही की, पर जो खोजै सो पावै। मैं उदाहरणा दे दियां, कुछ चीज़ां सानू बाहर वेखण नूं मिलदियां ने। जिवें बाहर असीं सेब नूं तकदे हां, सेब तुसीं सारिਆਂ ने वेखिआ ते लगभग सारिਆਂ ने खाधा भी है। कदे अंदर तक्को जो दिल की साडी बनतर है ना, हार्ट की बनतर है, वो भी सेब नाल मिलदी जुलदी है। ते तुहानूं ये भी पता होना कि फल वैसे तो सारे ही चंगे ने, पर सेब की एनर्जी साडे दिल नूं जाके ज़्यादा प्रभाव दिंदी है, ताकत दिंदी है।
ਵਾਰ ਕਦੇ ਅਖਰੋਟ ਨੂੰ ਤੱਕੋ, ਅਖਰੋਟ ਦੀ ਗਿਰੀ ਨੂੰ ਤੱਕੋ, ਅੰਦਰ ਆਪਣੇ ਬਰੇਨ ਦਾ ਚਾਰਟ ਤੱਕੋ। ਤੁਸੀਂ ਕਈ ਵਾਰੀ ਹਸਪੀਟਲ ਵਿੱਚ ਜਾ ਕੇ ਬਰੇਨ ਦਾ ਚਾਰਟ ਵੇਖਿਆ ਹੋਣਾ। ਮੇਰੀ ਭੈਣ ਬੀਬੀ ਲਖਵੀਰ ਕੌਰ ਬਾਬਾ ਜੀ ਦੀ ਬੇਟੀ ਆਈ ਹੋਈ ਹੈ ਨਾ, ਉਹਦੀ ਨਰਸਿੰਗ ਦੀ ਲਾਈਨ ਆ, ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ, ਹੋਰ ਵੀ ਬਹੁਤ ਜਾਣਦੇ ਨੇ। ਅੰਦਰ ਬਰੇਨ ਨੂੰ ਤੱਕੋ, ਅਖਰੋਟ ਦੀ ਗਿਰੀ ਦੀ ਬਣਤਰ ਅਤੇ ਸਾਡੇ ਦਿਮਾਗ ਦੀ ਬਣਤਰ ਇੱਕ ਨਜ਼ਰ ਆਵੇਗੀ। ਦਿਮਾਗ ਦੇ ਉੱਤੇ ਖੋਪਰੀ ਬੜੀ ਸਖਤ ਹੈ, ਪਰਮਾਤਮਾ ਨੇ ਉਹਦੀ ਸੇਫਟੀ ਵਾਸਤੇ ਬਣਾਈ ਹੈ। ਉਧਰ ਅਖਰੋਟ ਦੇ ਛਿਲਕੇ ਨੂੰ ਤੱਕੋ, ਉਹ ਵੀ ਬੜਾ ਸਖਤ ਰੱਖਿਆ ਗਿਆ, ਕਈ ਵਾਰੀ ਹਥੌੜੀ ਨਾਲ ਹੀ ਭੰਨਣਾ ਪੈਂਦਾ ਹੈ। ਇਹ ਸਾਂਝ ਹੈ ਕੁਝ ਗੱਲਾਂ ਦੀ। ਬਾਹਰ ਚੰਦ ਸੂਰਜ ਦੋਏ ਦੀਵੇ ਨੇ, ਸਾਡੀਆਂ ਅੱਖਾਂ ਅੰਦਰ ਵਾਸਤੇ, ਜਾਣੀ ਕਿ ਇਹ ਸਰੀਰ ਨਾਲ ਜੁੜੇ ਹੋਏ ਦੋ ਦੀਵੇ ਨੇ। ਬਾਹਰ 70% ਇਸ ਗਲੋਬਲ ਤੇ ਪਾਣੀ ਹੈ, ਅੰਦਰ ਸਾਡੇ ਸਰੀਰ ਵਿੱਚ ਵੀ 70% ਪਾਣੀ ਹੈ। ਬੜੀ ਸਾਂਝ ਹੈ ਇਸ ਗੱਲ ਦੀ। ਇਹ ਮੈਂ ਕੇਵਲ ਉਦਾਹਰਨਾਂ ਦਿੱਤੀਆਂ ਨੇ। ਕੁਝ ਬਾਹਰ ਵੇਖਿਆ, ਉਹ ਅੰਦਰ ਵੀ ਸੀ। ਹੁਣ ਇਸ ਤੋਂ ਉਲਟ ਜੋ ਅੰਦਰ ਹੈ ਉਹ ਬਾਹਰ ਵੀ ਹੈ। ਸਾਨੂੰ ਸਮਝ ਪਈ ਜਾਂ ਨਾ ਪਈ, ਇਹ ਵੱਖਰਾ ਵਿਸ਼ਾ ਹੈ। ਅੰਦਰ ਕੀ ਹੈ? ਅੰਦਰ ਸ਼ਬਦ ਹੈ। ਸ਼ਬਦ ਨਾਲ ਸਰੀਰ ਪੈਦਾ ਹੋਇਆ ਹੈ ਤੇ ਸ਼ਬਦ ਨਾਲ ਸਰੀਰ ਪੈਦਾ ਹੋਣ ਦੇ ਸੰਬੰਧ ਵਿੱਚ ਗੁਰੂ ਅਮਰਦਾਸ ਸਾਹਿਬ ਦੇ ਬਚਨ ਆਪਾਂ ਰੋਜ਼ਾਨਾ ਪੜ੍ਹਦੇ ਸੁਣਦੇ ਹਾਂ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਪੌਣ ਦਾ ਵਾਜਾ ਅੰਦਰ ਵੱਜ ਰਿਹਾ ਹੈ, ਸਵਾਸ ਕਿਰਿਆ ਚੱਲ ਰਹੀ ਹੈ। ਇਹ ਵਾਜਾ ਵੱਜਣਾ ਹੀ ਸ਼ਬਦ ਹੈ। ਵਾਜੇ ਦੀ ਆਵਾਜ਼ ਸ਼ਬਦ ਹੁੰਦੀ ਹੈ ਨਾ, ਆਵਾਜ਼ ਹੁੰਦੀ ਹੈ, ਸਾਊਂਡ ਹੁੰਦੀ ਹੈ, ਧੁਨੀ ਹੁੰਦੀ ਹੈ। ਸਰੀਰ ਦੇ ਅੰਦਰ ਵੀ ਧੁਨੀ ਹੈ ਤੇ ਇਸੇ ਤਰ੍ਹਾਂ ਗੁਰਮੁਖੋ ਬਾਹਰ ਸੰਸਾਰ ਵਿੱਚ, ਬ੍ਰਹਿਮੰਡ ਵਿੱਚ ਵੀ ਧੁਨੀ ਹੈ, ਆਵਾਜ਼ ਹੈ, ਸ਼ਬਦ ਹੈ। ਜਿਵੇਂ ਸਾਨੂੰ ਇਹਨਾਂ ਕੰਨਾਂ ਨਾਲ ਅੰਦਰਲਾ ਸ਼ਬਦ ਵੀ ਵੈਸੇ ਨਹੀਂ ਸੁਣਦਾ, ਯਤਨ ਕਰਿਆ ਸੁਣ ਸਕਦੇ ਹਾਂ। ਬਾਹਰਲਾ ਸ਼ਬਦ ਵੀ ਸਾਨੂੰ ਨਹੀਂ ਸੁਣਦਾ। ਮੇਰੇ ਪਾਤਸ਼ਾਹ ਕਹਿੰਦੇ ਨੇ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ, ਜਿਸ ਤਰ੍ਹਾਂ ਸਰੀਰ ਘੜਨ ਵੇਲੇ ਮੇਰੇ ਸਤਿਗੁਰੂ ਨੇ ਧੁਨੀ ਸ਼ਬਦ ਦੀ ਵਰਤੋਂ ਕੀਤੀ ਹੈ, ਸ਼ਬਦ ਪਹਿਲਾਂ ਪਾਇਆ ਹੈ। ਬ੍ਰਹਿਮੰਡ ਰਚਨ ਵੇਲੇ ਵੀ ਪਹਿਲਾਂ ਸ਼ਬਦ ਦੀ ਖੇਡ ਵਰਤਾਈ ਗਈ ਹੈ। ਕਹਿੰਦੇ ਪ੍ਰਥਮੇ ਓੰਕਾਰ ਤਿਨ ਕਹਾ, ਸੋ ਧੁਨ ਪੂਰ ਜਗਤ ਮੋਰਹਾ। ਵਿਚਿੱਤਰ ਨਾਟਕ ਕਦੇ ਪੜ੍ਹਿਓ। ਦੁਨੀਆ ਦੇ ਪ੍ਰਮੁੱਖ 8 ਧਰਮ, ਜਿਨ੍ਹਾਂ ਵਿੱਚ ਯਹੂਦੀ, ਪਾਰਸੀ, ਈਸਾਈ, ਮੁਸਲਮਾਨ, ਪੂਰਬੀ ਦੁਨੀਆ ਵਿੱਚ ਸਨਾਤਨੀ ਜਿਹਨੂੰ ਹਿੰਦੂ ਕਿਹਾ ਜਾਂਦਾ ਹੈ, ਬੁੱਧ, ਜੈਨ ਅਤੇ ਚੌਥਾ ਸਿੱਖ ਮਤ। ਇਹ ਪ੍ਰਮੁੱਖ 8 ਦੇ 8 ਮਤ ਇਸ ਗੱਲ ਨਾਲ ਸਹਿਮਤ ਨੇ ਕਿ ਸ਼ਬਦ ਸੰਸਾਰ ਵਿੱਚ ਹੈ, ਬ੍ਰਹਿਮੰਡ ਵਿੱਚ ਹੈ। ਅੰਦਰ ਵੀ ਸ਼ਬਦ ਹੈ, ਬਾਹਰ ਵੀ ਸ਼ਬਦ ਹੈ। ਫਿਰ ਗੁਰੂ ਦੀ ਕੀ ਖੇਡ ਹੈ, ਕੀ ਕਿਰਿਆ ਹੈ, ਕੀ ਭੂਮਿਕਾ ਹੈ, ਕੀ ਯੋਗਦਾਨ ਹੈ। ਜਿਵੇਂ ਅੰਦਰ ਸ਼ਬਦ ਸੀ ਪਰ ਅੱਖਰ ਨਹੀਂ ਸਨ। ਸ਼ਬਦ ਹਰ ਇੱਕ ਜੀਵ ਦੇ ਅੰਦਰ ਹੈ, ਆਵਾਜ਼ ਸਾਰਿਆਂ ਕੋਲ ਹੈ ਪਰ ਅੱਖਰ ਸਾਰਿਆਂ ਕੋਲ ਨਹੀਂ। ਤੁਸੀਂ ਕਈ ਵਾਰੀ ਦੁਨੀਆ ਵਿੱਚ ਗੂੰਗੇ ਮਨੁੱਖ ਵੇਖੇ ਹੋਣਗੇ। ਹੁਣ ਗੂੰਗੇ ਕੋਲ ਆਵਾਜ਼ ਹੁੰਦੀ ਹੈ, ਉਹ ਗਲੇ ਚੋਂ ਆਵਾਜ਼ ਕੱਢ ਰਿਹਾ ਹੁੰਦਾ, ਪਰ ਉਹਦੇ ਕੋਲ ਸ਼ਬਦਾਵਲੀ, ਅੱਖਰਾਂ ਦੀ ਬਣਤਰ ਨਹੀਂ ਹੁੰਦੀ। ਉਹਦਾ ਕਾਰਨ ਹੈ। ਕਾਰਨ ਕੀ ਹੈ? ਅਸਲ ਵਿੱਚ ਗੂੰਗਾ ਉਹ ਹੁੰਦਾ ਅਕਸਰ ਜ਼ਿਆਦਾਤਰ ਜਿਹਦੇ ਕੰਨਾਂ ਨੂੰ ਸੁਣਨ ਸ਼ਕਤੀ ਨਹੀਂ ਮਿਲੀ ਹੁੰਦੀ। ਬਚਪਨ ਤੋਂ, ਜਨਮ ਤੋਂ ਕੋਈ ਬੱਚਾ ਬੋਲਾ ਹੋਵੇ ਨਾ ਕੰਨਾਂ ਤੋਂ, ਉਹ ਗੂੰਗਾ ਰਹਿ ਜਾਂਦਾ ਹੈ। ਕਾਰਨ ਕੀ? ਕਿ ਉਹਨੂੰ ਸੁਣਨ ਵਾਸਤੇ ਕੋਈ ਸ਼ਬਦ ਮਿਲਿਆ ਹੀ ਨਹੀਂ। ਜਿਸ ਨੇ ਸ਼ਬਦ ਸੁਣਿਆ ਨਹੀਂ ਤੇ ਉਹ ਬੋਲੇਗਾ ਕਿਵੇਂ? ਅੱਖਰ ਨਹੀਂ ਮਿਲੇ, ਅੱਖਰਾਂ ਦੀ ਪਛਾਣ ਨਹੀਂ ਸਮਝ ਆਈ, ਉਹ ਅੱਖਰ ਜ਼ਬਾਨ ਤੋਂ ਪ੍ਰਗਟ ਨਹੀਂ ਕਰ ਸਕਦਾ ਹੈ। ਜਿਹਨੂੰ ਅੱਖਰ ਸੁਣਨ ਨੂੰ ਮਿਲਿਆ, ਉਹ ਅੱਖਰ ਬੋਲ ਵੀ ਸਕਿਆ। ਜਿਹਨੂੰ ਸੁਣਨ ਨੂੰ ਪ੍ਰਾਪਤ ਨਾ ਹੋਇਆ, ਉਹ ਬੋਲਣ ਤੋਂ ਵਾਂਝਾ ਰਹਿ ਗਿਆ। ਜਿਹੜੇ ਸ਼ਬਦ ਅਸੀਂ ਸੁਣਦੇ ਆ ਉਹੀ ਬੋਲ ਸਕਦੇ ਆ। ਤੇ ਕੁਝ ਭਾਸ਼ਾਵਾਂ ਸਾਨੂੰ ਸੁਣਨ ਨੂੰ ਨਹੀਂ ਮਿਲਦੀਆਂ। ਇਤਾਲਵੀ, ਡੁੱਚ ਭਾਸ਼ਾ, ਇੰਗਲਿਸ਼ ਤੇ ਚਲੋ ਆਪਾਂ ਕਈ ਵਾਰੀ ਸੁਣਨ ਬੋਲਣ ਦੇ ਮੌਕੇ ਬਣ ਜਾਂਦੇ ਨੇ। ਬੜੀਆਂ ਭਾਸ਼ਾਵਾਂ ਨੇ ਦੁਨੀਆ ਦੀਆਂ ਜਿਹੜੀਆਂ ਅਸੀਂ ਕਦੇ ਸੁਣੀਆਂ ਨਹੀਂ ਹੁੰਦੀਆਂ ਤੇ ਉਹਨਾਂ ਦਾ ਇੱਕ ਸ਼ਬਦ ਵੀ ਬੋਲਣਾ ਸਾਡੇ ਵਾਸਤੇ ਮੁਸ਼ਕਲ ਹੋ ਜਾਂਦਾ, ਕਿਉਂਕਿ ਸੁਣਿਆ ਨਹੀਂ। ਤੇ ਜਿਸ ਅੱਖਰ ਨੂੰ ਸੁਣਿਆ ਉਹ ਅੱਖਰ ਅਸੀਂ ਬੋਲਿਆ। ਤੇ ਦੁਨੀਆ ਦੇ ਵਾਸਤੇ, ਦੁਨੀਆ ਦੀ ਜਾਣਕਾਰੀ ਵਾਸਤੇ, ਦੁਨੀਆ ਦੀ ਜ਼ਿੰਦਗੀ ਜਿਉਣ ਵਾਸਤੇ ਅੱਖਰ ਪ੍ਰਾਪਤ ਹੁੰਦੇ ਨੇ ਸਭ ਤੋਂ ਪਹਿਲਾਂ ਮਾਂ ਦੇ ਪਾਸੋਂ। ਮਾਂ ਆਖਦੀ ਹੈ, ਪੁੱਤਰ ਕਹਿ ਪਾਪਾ, ਕਹਿ ਪਿਤਾ, ਕਹਿ ਡੈਡੀ। ਮਾਂ ਤੋਂ ਕੁਝ ਅੱਖਰ ਸੁਣੇ, ਬੱਚੇ ਨੇ ਕੋਸ਼ਿਸ਼ ਕੀਤੀ ਉਹਨਾਂ ਅੱਖਰਾਂ ਨੂੰ ਬੋਲਣ ਦੀ, ਉਹ ਅੱਖਰ ਬੋਲਣ ਦੀ ਸੋਝੀ ਆ ਗਈ ਹੈ।
ਦੁਨੀਆ ਦੀ ਜ਼ਿੰਦਗੀ ਵਾਸਤੇ ਅੱਖਰ ਮਿਲੇ ਮਾਂ ਦੇ ਪਾਸੋਂ, ਅੱਖਰ ਮਿਲੇ ਪਰਿਵਾਰ ਦੇ ਪਾਸੋਂ, ਅੱਖਰ ਮਿਲੇ ਸੰਸਾਰ ਦੇ ਪਾਸੋਂ। ਕੁਝ ਅੱਖਰ ਮਾਂ ਤੋਂ ਸਿੱਖੇ, ਫਿਰ ਕੁਝ ਅੱਖਰਾਂ ਵਿੱਚ ਵਾਧਾ ਹੋਇਆ ਪਰਿਵਾਰ ਵਿੱਚ ਤੇ ਕੁਝ ਅੱਖਰਾਂ ਦਾ ਵਾਧਾ ਹੋਇਆ ਸਕੂਲ ਜਾ ਕੇ, ਕਾਲਜ ਜਾ ਕੇ, ਸੰਸਾਰ ਦੇ ਉਸਤਾਦਾਂ ਪਾਸੋਂ। ਦੁਨੀਆ ਦੀ ਜ਼ਿੰਦਗੀ ਦੀ ਤਰੱਕੀ ਵਾਸਤੇ ਅੱਖਰ ਸੰਸਾਰ ਤੋਂ ਮਿਲਣਗੇ, ਪਰਿਵਾਰ ਤੋਂ ਮਿਲਣਗੇ। ਇਸੇ ਤਰ੍ਹਾਂ ਪਰਮਾਰਥੀ ਰੂਹਾਨੀ ਜ਼ਿੰਦਗੀ ਵਾਸਤੇ ਵੀ ਅੱਖਰਾਂ ਦੀ ਬੜੀ ਅਹਿਮੀਅਤ ਹੈ। ਗੁਰਦੇਵ ਆਖਦੇ ਨੇ, ਅੱਖਰੀ ਨਾਵ, ਅੱਖਰੀ ਸਾਲਾਹ, ਅੱਖਰੀ ਗਿਆਨ, ਗੀਤ ਗੁਣ ਗਾਹ। ਪਰ ਇਹ ਅੱਖਰ ਪ੍ਰਾਪਤ ਕਿਤੋਂ ਹੋਣਗੇ? ਕਿਹੜੀ ਥਾਂ ਹੈ ਜਿੱਥੋਂ ਇਹ ਅੱਖਰ ਮਿਲਣਗੇ, ਜਿਹੜੇ ਸਾਡੀ ਅੰਦਰਲੀ ਜ਼ਿੰਦਗੀ ਨੂੰ ਤਰੱਕੀ ਦੇਣਗੇ, ਜਿਹੜੇ ਸਾਨੂੰ ਇਸ ਸਰੀਰ ਵਿੱਚ ਵਸਦਿਆਂ ਵਸਦਿਆਂ ਨੂੰ ਪਰਮਾਤਮਾ ਦਾ ਰੂਪ ਕਰ ਦੇਣਗੇ। ਫਿਰ ਧਿਆਨ ਦੇਣਾ, ਦੁਨਿਆਵੀ ਤਰੱਕੀ ਵਾਸਤੇ ਅੱਖਰ ਮਿਲਦੇ ਨੇ ਮਾਂ ਦੇ ਪਾਸੋਂ, ਅੱਖਰ ਮਿਲਦੇ ਨੇ ਪਰਿਵਾਰ ਦੇ ਪਾਸੋਂ, ਅੱਖਰ ਮਿਲਦੇ ਨੇ ਸੰਸਾਰ ਦੇ ਪਾਸੋਂ, ਤੇ ਨਿਰੰਕਾਰ ਦੇ ਦੇਸ਼ ਤੱਕ ਪਹੁੰਚਣ ਵਾਸਤੇ ਅੱਖਰ ਮਿਲਦੇ ਨੇ ਮੇਰੇ ਸਤਿਗੁਰੂ ਸਾਹਿਬ ਦੇ ਪਾਸੋਂ। ਆਖੋ ਸਤਿਨਾਮ। ਗੁਰੂ ਨੇ ਪੰਜਾਂ ਪਿਆਰਿਆਂ ਰਾਹੀਂ ਅੱਖਰ ਦਿੱਤਾ, ਸ਼ਬਦ ਦਿੱਤਾ, ਮੂਲ ਮੰਤਰ ਦ੍ਰਿੜ ਕਰਵਾ ਦਿੱਤਾ ਹੈ। ਗੁਰੂ ਨੇ ਸ਼ਬਦ ਦਿੱਤਾ, ਵਾਹਿਗੁਰੂ ਮੰਤਰ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਇਹਨਾਂ ਅੱਖਰਾਂ ਦੁਆਰਾ ਅੰਦਰਲੀ ਤਰੱਕੀ ਸ਼ੁਰੂ ਹੋਈ ਹੈ। ਇਸ ਤਰੱਕੀ ਨੇ ਬੁਲੰਦੀਆਂ ਨੂੰ ਛੋਇਆ। ਇਹ ਰੂਹ ਪਰਮ ਆਤਮਾ ਦੇ ਵਿੱਚ ਜਾ ਕੇ ਲੀਨ ਹੋ ਗਈ ਹੈ। ਇਹ ਰੂਹ ਆਪਣਾ ਸਫ਼ਰ ਪੂਰਾ ਕਰਕੇ ਆਪਣੇ ਵਾਹਿਗੁਰੂ ਸਰੂਪ ਵਿੱਚ ਲੀਨ ਹੋ ਗਈ ਹੈ। ਇਹ ਮਨੁੱਖਾ ਜ਼ਿੰਦਗੀ ਦੀ ਮਹਾਨਤਾ ਮੈਂ ਫਿਰ ਚੇਤੇ ਕਰਵਾ ਦਿਆਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬੜ ਭਾਗੇ ਹੋ ਆਪ ਜੀ, ਸਤ ਸੰਗਤ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਪਰਮਾਰਥੀ ਦੁਨੀਆ ਦੀ ਸੋਝੀ ਇਸ ਦਰ ਤੋਂ ਪ੍ਰਾਪਤ ਕਰ ਰਹੇ ਹੋ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ। ਹੈ ਸਭ ਕੁਝ ਇੱਥੇ, ਗੱਲ ਇਹ ਵੱਖਰੀ ਹੈ ਕਿ ਸਾਨੂੰ ਇੱਥੇ ਝੋਲੀ ਮੱਢਣ ਦੀ, ਕੁਝ ਮੰਗਣ ਦੀ ਜਾਚ ਆ ਜਾਵੇ। ਇੱਥੋਂ ਸਭ ਕੁਝ ਮਿਲੇਗਾ, ਇੱਥੋਂ ਬ੍ਰਹਮ ਗਿਆਨ ਤੱਕ ਵੀ ਮਿਲੇਗਾ। ਪਦਾਰਥ ਮਿਲਣੇ ਤੇ ਬੜੀ ਛੋਟੀ ਗੱਲ ਹੈ, ਕੇਵਲ ਗੁਰੂ ਚਰਨਾਂ ਵਿੱਚ ਪਹੁੰਚਣ ਦੀ ਲੋੜ ਹੈ। ਸੋ ਇੰਨੇ ਕੁ ਸ਼ਬਦਾਂ ਨਾਲ ਮੈਨੂੰ ਫਤਿਹ ਦੀ ਸਾਂਝ ਵਿੱਚ ਸ਼ਾਮਲ ਹੁੰਦਿਆਂ ਖਿਮਾ ਦੇਣਾ। ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।